ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਖਬਰਾਂ ਟੀਵੀ ਤੇ ਮੈਂ ਆ ਸੁਖਵਿੰਦਰ ਸ਼ੇਰਗਿੱਲ। ਪੰਜਾਬ ਦੇ ਵਿੱਚ ਵਾਤਾਵਰਨ ਨੂੰ ਲੈ ਕੇ ਵੱਡਾ ਬਵਾਲ ਛਿੜਿਆ ਹੋਇਆ, ਜਿੱਥੇ ਪਾਣੀ ਧਰਤੀ ਦੇ ਵਿੱਚੋਂ ਖਤਮ ਹੋ ਰਿਹਾ, ਉੱਥੇ ਹੀ ਕਈ ਘਟਨਾਵਾਂ ਅਜਿਹੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਖਰਾਬ ਪਾਣੀ ਹੈ ਜਿਹੜਾ ਉਹ ਧਰਤੀ ਦੇ ਵਿੱਚੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ। ਭਾਵੇਂ ਕਿ ਪ੍ਰਸ਼ਾਸਨਿਕ ਪੱਧਰ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਲੋਕਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਹੈ ਉਹ ਲਗਾਤਾਰ ਬਣਿਆ ਹੋਇਆ। ਇਸ ਦੌਰਾਨ ਕਈ ਜਿਹੜੇ ਜਿੱਥੇ ਵਾਤਾਵਰਨ ਨੂੰ ਖਰਾਬ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਉੱਥੇ ਹੀ ਕੁਝ ਅਜਿਹੀਆਂ ਸ਼ਖਸੀਅਤਾਂ ਵੀ ਨੇ ਜਿਹੜੀਆਂ ਕਿ ਵਾਤਾਵਰਨ ਨੂੰ ਪਿਆਰ ਕਰਦੀਆਂ ਨੇ, ਵਾਤਾਵਰਨ ਪ੍ਰੇਮੀ ਨੇ। ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਆਪਣਾ ਫਾਰਮ ਹਾਊਸ ਹੈ ਜਿਹੜਾ ਉਹ ਬਤੌਰ ਕੁਦਰਤੀ ਤੌਰ ਤੇ ਸਜਾਇਆ ਹੋਇਆ, ਵੱਖ-ਵੱਖ ਬੂਟਿਆਂ ਦੇ ਨਾਲ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਕੁਦਰਤੀ ਦੇਖਣ ਨੂੰ ਮਿਲਣਗੀਆਂ। ਨਹੀਂ ਤਾਂ ਅਕਸਰ ਇਹ ਇਲਜ਼ਾਮ ਹੈ ਜਿਹੜਾ ਖੇਤੀਬਾੜੀ ਤੇ ਲੱਗਦਾ ਕਿ ਸਬਜ਼ੀਆਂ ਭਾਜੀਆਂ ਨੇ ਜਾਂ ਬੂਟੇ ਨੇ ਉਹਨਾਂ ਉੱਤੇ ਬਹੁਤ ਸਾਰੀਆਂ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ, ਪਰ ਅੱਜ ਅਸੀਂ ਉਹ ਤਸਵੀਰਾਂ ਵੀ ਦਿਖਾਵਾਂਗੇ ਤੇ ਸ਼ਖਸੀਅਤ ਨੂੰ ਵੀ ਮਿਲਾਵਾਂਗੇ ਜਿਹੜੇ ਕਿ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਕੁਦਰਤੀ ਤੌਰ ਤੇ ਚੀਜ਼ਾਂ ਨੂੰ ਤਿਆਰ ਕੀਤਾ ਹੋਇਆ। ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਵਾਤਾਵਰਨ ਦਾ ਉਹਨਾਂ ਨੇ ਆਪਣੇ ਫਾਰਮ ਹਾਊਸ ਦੇ ਵਿੱਚ ਮਾਹੌਲ ਬਣਾਇਆ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਤੀਜ ਜੀ ਅੱਗੇ ਆ ਜਾਓ ਮਾੜਾ ਜਿਹਾ, ਤੇ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਨੇ ਵੱਖ-ਵੱਖ ਦੂਰ ਤੱਕ ਜਿਹੜਾ ਜ਼ਰੂਰ ਕੈਮਰਾ ਮਾਰ ਦਿਓ, ਜਿਹੜੀਆਂ ਬੂਟੇ ਨੇ ਉਹ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਦੇ ਹੋਣਗੇ ਤੇ ਜਿਹੜੀਆਂ ਸਬਜ਼ੀਆਂ ਨੇ ਉਹ ਵੀ। ਇਹਨਾਂ ਦੀ ਖਾਸੀਅਤ ਇਹ ਹੈ ਕਿ ਜਿਹੜੇ ਇਹ ਬੂਟੇ ਨੇ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਛਿੜਕਾਅ ਹੈ, ਜਿਹੜੀਆਂ ਅੱਜ ਕੱਲ੍ਹ ਦਵਾਈਆਂ ਮਿਲਦੀਆਂ ਨੇ ਜਿਸ ਦੇ ਨਾਲ ਜਿਹੜਾ ਸਰੀਰ ਹੈ, ਵਿਅਕਤੀ ਦਾ ਸਰੀਰ ਹੈ, ਉਸ ਦਾ ਨੁਕਸਾਨ ਹੋ ਰਿਹਾ। ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬਦਾਮ ਦਾ ਬੂਟਾ ਵੀ ਹੈ ਤੇ ਜਿਹੜੇ ਆੜੂ ਨੇ ਉਹਨਾਂ ਦਾ ਬੂਟਾ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਬਤਾਊ ਦੇਖ ਸਕਦੇ ਹੋ, ਜਿਹੜੇ ਕੱਦੂ ਨੇ ਉਹ ਵੀ ਦੇਖ ਸਕਦੇ ਹੋ। ਇਹ ਤਸਵੀਰਾਂ ਨੇ ਜਿਹੜੀਆਂ ਕਿ ਤੁਸੀਂ ਬਹੁਤ ਘੱਟ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਜਿਸ ਦੇ ਵਿੱਚ ਲਗਾਤਾਰ ਇਹ ਇਲਜ਼ਾਮ ਜਿਹੜਾ ਖੇਤੀਬਾੜੀ ਤੇ ਲੱਗਦਾ ਕਿ ਜਿਹੜੀਆਂ ਬਹੁਤ ਸਾਰੀਆਂ ਦਵਾਈਆਂ ਦਾ ਛਿੜਕਾਅ ਕਰਕੇ ਅੱਜ ਕੱਲ੍ਹ ਦਵਾਈਆਂ ਪੈਦਾ ਕੀਤੀਆਂ ਜਾਂਦੀਆਂ ਨੇ, ਜਿਸ ਦੇ ਕਾਰਨ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਤਸਵੀਰਾਂ ਨੇ ਜਿਹੜੀਆਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਵੱਖ-ਵੱਖ ਸਬਜ਼ੀਆਂ ਨੇ ਜਿਹੜੀਆਂ। ਇਹਨਾਂ ਦੀ ਖਾਸ ਗੱਲ ਇਹ ਹੈ ਕਿ ਸਿਰਫ ਤੇ ਸਿਰਫ ਇਹਨਾਂ ਦੇ ਵਿੱਚ ਰੂੜੀ ਦਾ ਜਿਹੜਾ ਰੇਹ ਹੈ ਆਮ ਸਾਡੇ ਦੇਖਣ ਨੂੰ ਮਿਲਦਾ, ਉਸ ਦੀ ਵਰਤੋਂ ਕਰਕੇ ਹੀ ਇਹ ਸਬਜ਼ੀਆਂ ਨੇ ਜਿਹੜੀਆਂ ਉਗਾਈਆਂ ਗਈਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸੋਹਣੀਆਂ ਤੇ ਕਿੰਨੀਆਂ ਜਿਹੜੀਆਂ ਪੌਸ਼ਟਿਕ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਨੂਰ ਹੈ ਇਹਨਾਂ ਸਬਜ਼ੀਆਂ ਤੇ ਬਣਿਆ ਹੋਇਆ। ਹੋਰ ਵੀ ਕਈ ਜਿਹੜੇ ਬੂਟੇ ਨੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ, ਕਈ ਜਿਹੜੇ ਦਰਖਤ ਜਿਹੜੇ ਉਹ ਵੀ ਤੁਹਾਨੂੰ ਨੇ ਜਿਹੜੇ ਦਿਖ ਰਹੇ ਨੇ, ਜਿਹੜਾ ਆੜੂ ਤੇ ਜਿਹੜੇ ਬਦਾਮ ਹੈ ਤੇ ਲਗਾਤਾਰ ਜਿਹੜਾ ਆਲੂ ਬੁਖਾਰੇ ਦੀਆਂ ਤਸਵੀਰਾਂ ਨੇ। ਇਹ ਆਲੂ ਬੁਖਾਰੇ ਦਾ ਬੂਟਾ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਅੱਗੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਦਿਖਾਈਏ ਤੇ ਵੱਖ-ਵੱਖ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿਖਾਈ ਦੇ ਰਹੀਆਂ ਨੇ। ਇਹ ਜਿਹੜਾ ਇਹਨਾਂ ਨੇ ਤਿਆਰ ਕੀਤਾ ਉਹਨਾਂ ਦਾ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੈੱਡ ਆਫ ਦਾ ਡਿਪਾਰਟਮੈਂਟ ਨੇ ਡਾਕਟਰ ਭੀਮਿੰਦਰ ਸਿੰਘ ਜੀ, ਉਹਨਾਂ ਦਾ ਇਹ ਫਾਰਮ ਹਾਊਸ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਟੀਵੀ ਤੇ ਡਿਬੇਟ ਦੇ ਵਿੱਚ ਵੀ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ, ਸਿਆਸੀ ਗੱਲਬਾਤ ਕਰਦੇ ਹੋਏ ਵੀ ਦੇਖਿਆ ਹੋਣਾ, ਪਰ ਜਿਹੜੀ ਆਹ ਤਸਵੀਰਾਂ ਮੈਂ ਤੁਹਾਨੂੰ ਦਿਖਾਈਆਂ ਨੇ ਸਾਡੀ ਟੀਮ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਨਵਾਂ ਰੁੱਖ ਉਹਨਾਂ ਦਾ ਦਿਖਾਇਆ ਜਾਵੇ। ਇਹ ਤੁਸੀਂ ਪਹਿਲੀ ਵਾਰ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ। ਇਹ ਫਾਰਮ ਹਾਊਸ ਉਹਨਾਂ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੈੱਡ ਆਫ ਡਿਪਾਰਟਮੈਂਟ ਨੇ ਡਾਕਟਰ ਭੀਮਿੰਦਰ ਜੀ। ਤੁਸੀਂ ਬਹੁਤ ਸਾਰੀਆਂ ਡਿਬੇਟਸ ਦੇ ਵਿੱਚ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਤੇ ਉਹਨਾਂ ਨੂੰ ਬਹਿਸ ਕਰਦੇ ਹੋਏ ਦਿਖਾਈ ਦਿੱਤਾ ਹੋਏਗਾ ਕਿ ਵੱਖ-ਵੱਖ ਰਾਜਨੀਤਿਕ ਮੁੱਦਿਆਂ 'ਤੇ, ਪਰ ਅੱਜ ਜਿਹੜਾ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਦੇ ਆ। ਡਾਕਟਰ ਸਾਹਿਬ ਜ਼ਰੂਰ ਇੱਧਰ ਦਰਸ਼ਨ ਦਿਓ ਸਾਡੇ ਦਰਸ਼ਕਾਂ ਨੂੰ। ਡਾਕਟਰ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲਾਂ ਮੈਂ ਤੁਹਾਨੂੰ ਬਤੌਰ ਸਿਆਸੀ ਮਾਹਰ ਕਹਿ ਕੇ ਸੰਬੋਧਿਤ ਕਰਾਂ ਜਾਂ ਫਿਰ ਵਾਤਾਵਰਨ ਪ੍ਰੇਮੀ, ਕੀ ਕਹਾਂ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਇਨਸਾਨ ਹੋਣਾ ਹੀ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਨਸਾਨ ਅਸੀਂ ਕਿੱਦਾਂ ਦੇ ਆ। ਸੋ ਬਾਕੀ ਬਾਅਦ ਦੀਆਂ ਗੱਲਾਂ ਨੇ। ਮੈਂ ਡਾਕਟਰ ਹਾਂ, ਹੈੱਡ ਆਫ ਦਾ ਡਿਪਾਰਟਮੈਂਟ ਹਾਂ, ਜਾਂ ਜਿਵੇਂ ਤੁਸੀਂ ਕਿਹਾ ਕਿ ਸਿਆਸੀ ਮਾਹਰ ਦੇ ਤੌਰ 'ਤੇ ਗੱਲ ਕਰਦਾ, ਪਰ ਸਭ ਤੋਂ ਪਹਿਲਾਂ ਮੈਂ ਇੱਕ ਇਨਸਾਨ ਹਾਂ
ਜੀ। ਔਰ ਉਹ ਵੀ ਇੱਕ ਆਮ ਧਰਤੀ ਨਾਲ ਜੁੜਿਆ ਹੋਇਆ ਇਨਸਾਨ ਆ। ਜਿਵੇਂ ਤੁਸੀਂ ਦੱਸਿਆ ਕਿ ਮੇਰਾ ਜਨਮ ਹੀ ਕਿਸਾਨੀ ਪਰਿਵਾਰ 'ਚ ਹੋਇਆ ਹੈ, ਜਿਹੜਾ ਕਿ ਸਦੀਆਂ ਤੋਂ ਕਿਸਾਨੀ ਕਰਦਾ ਸੀਗਾ, ਖੇਤੀਬਾੜੀ ਕਰਦਾ ਸੀਗਾ, ਮਿੱਟੀ ਨਾਲ ਜੁੜਿਆ ਹੋਇਆ ਸੀਗਾ। ਸੋ ਉਹੀ ਜੀਨਸ ਲੈ ਕੇ ਜਦੋਂ ਅਸੀਂ ਇੱਥੇ ਆਏ ਆ, ਪਟਿਆਲੇ 'ਚ ਆਏ, ਵੱਖ-ਵੱਖ ਸ਼ਹਿਰਾਂ 'ਚ ਪੜ੍ਹੇ, ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਸੀਗਾ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਵਾਤਾਵਰਣ ਸਾਡਾ ਤਬਾਹ ਹੋ ਰਿਹਾ ਪਿਛਲੇ ਸਾਲਾਂ ਦੀ ਜਿਹੜੀ ਡਿਵੈਲਪਮੈਂਟ ਹੋਈ ਹੈ, ਚਾਹੇ ਉਹ ਹਿੰਦੁਸਤਾਨ ਦੀ ਜਾਂ ਪੂਰੇ ਵਿਸ਼ਵ ਦੀ ਆਪਾਂ ਗੱਲ ਕਰੀਏ, ਤਾਂ ਜਿਹਨੂੰ ਅੱਜ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ। ਔਰ ਗਲੋਬਲ ਵਾਰਮਿੰਗ ਕਰਕੇ ਬਹੁਤ ਸਾਰੀਆਂ ਦਿੱਕਤਾਂ ਮਨੁੱਖ ਇਸ ਵੇਲੇ ਚੱਲ ਰਿਹਾ ਹੈ। ਔਰ ਜਿਹੜੇ ਵੱਡੇ ਵੱਡੇ ਵਿਗਿਆਨੀ ਨੇ ਉਹ ਇਹ ਵੀ ਵੱਡੇ ਸਵਾਲ ਚੁੱਕ ਰਹੇ ਨੇ ਕਿ ਜੇ ਇਹੀ ਮਾਡਲ ਚੱਲਦਾ ਰਿਹਾ ਇਕੋਨਮੀ ਦਾ, ਜਿਹਨੂੰ ਅਸੀਂ ਗਲੋਬਲਾਈਜੇਸ਼ਨ ਦੀ ਇਕੋਨਮੀ ਕਹਿੰਦੇ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖ ਦੀ ਹੋਂਦ ਦੇ ਸਾਹਮਣੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਲੱਗ ਜਾਣੇ ਆ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰੇ ਮਨ 'ਚ ਸੀਗਾ ਕਿ ਕਿਉਂ ਨਾ ਨੇਚਰ ਦੇ ਨਾਲ, ਕੁਦਰਤ ਦੇ ਨਾਲ ਜੁੜਿਆ ਜਾਏ। ਸਾਡੇ ਗੁਰੂ ਸਾਹਿਬਾਨ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਯਾਨੀ ਕਿ ਅਸੀਂ ਪਾਣੀ ਨਾਲ, ਪਵਨ ਨਾਲ ਉਹਨੂੰ ਬਚਾ ਕੇ ਰੱਖਣਾ, ਪਾਣੀ ਨੂੰ ਬਚਾਉਣਾ ਹੈ। ਪਰ ਸਾਡੀ ਜਿਹੜੀ ਬਦਕਿਸਮਤੀ ਇਹ ਹੈ ਪੰਜਾਬ ਦੀ, ਜੇ ਆਪਾਂ ਗੱਲ ਕਰਦੇ ਹਾਂ ਤਾਂ ਜਿਹੜੇ 150 ਜ਼ੋਨ ਨੇ ਸਾਡੇ ਥੱਲੜੇ ਪਾਣੀ ਦੇ, ਉਹਦੇ ਵਿੱਚੋਂ ਲਗਭਗ 135 ਜ਼ੋਨ ਇਸ ਵੇਲੇ ਡੇਂਜਰ ਜ਼ੋਨ ਕਿਹਾ ਜਾਂਦਾ ਉਹਨਾਂ ਨੂੰ, ਯਾਨੀ ਕਿ ਉਹ ਪਾਣੀ ਬਹੁਤ ਥੱਲੇ ਚਲਾ ਗਿਆ ਔਰ ਬਹੁਤ ਤੇਜ਼ੀ ਦੇ ਨਾਲ ਪੰਜਾਬ ਜਿਹੜਾ ਹੈਗਾ ਉਹ ਰੇਗਿਸਤਾਨ ਬਣਨ ਜਾ ਰਿਹਾ ਹੈ। ਸੋ ਉਸ ਚੀਜ਼ ਨੂੰ ਜੇ ਅਸੀਂ ਬਚਾਉਣਾ ਹੈ ਤਾਂ ਲਾਜ਼ਮੀ ਤੌਰ ਤੇ ਸਾਨੂੰ ਨੇਚਰ ਨਾਲ ਜੁੜਨਾ ਪਏਗਾ। ਔਰ ਨੇਚਰ ਨਾਲ ਜੁੜਨ ਦੇ ਨਾਲ ਨਾਲ ਸਾਨੂੰ ਜਿਹੜੀਆਂ ਅਸੀਂ ਸਾਡਾ ਖਾਣ ਪੀਣ ਹੈ ਉਹਨੂੰ ਸੁਧਾਰਨਾ ਪਏਗਾ। ਆਪਾਂ ਕਰੋਨਾ ਦੇ ਦੌਰ 'ਚੋਂ ਇਸ ਵੇਲੇ ਗੁਜ਼ਰ ਰਹੇ ਹਾਂ। ਕਰੋਨਾ ਦੇ ਦੌਰ ਦਾ ਵੱਡਾ ਕਾਰਨ ਇੱਕ ਇਹ ਵੀ ਹੈ ਜਿਹਦੇ ਕਰਕੇ ਅਸੀਂ ਨੇਚਰ ਤੋਂ, ਕੁਦਰਤ ਤੋਂ ਅਸੀਂ ਟੁੱਟੇ ਹਾਂ। ਮਨੁੱਖ ਜਿਹੜਾ ਹੈਗਾ ਕੁਦਰਤ ਤੋਂ ਟੁੱਟਿਆ ਹੈ, ਉਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ, ਚਾਹੇ ਤੁਸੀਂ ਕੈਂਸਰ ਦੀ ਬਿਮਾਰੀ ਦੇਖ ਲਓ, ਚਾਹੇ ਤੁਸੀਂ ਕਾਲੇ ਪੀਲੀਏ ਦੀ ਬਿਮਾਰੀ ਦੇਖ ਲਓ, ਜਿਹਦੇ ਕਰਕੇ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਬਹੁਤ ਵੱਡਾ ਇੱਕ ਦੁਖਦਾਇਕ ਜਿਹੜਾ ਸੰਕਟ ਭੋਗ ਰਿਹਾ ਹੈ। ਔਰ ਪੰਜਾਬ ਦੇ ਖਾਸ ਤੌਰ ਤੇ ਜੇ ਮਾਲਵੇ ਦੀ ਗੱਲ ਕਰਾਂ, ਮਾਲਵੇ ਦਾ ਕੋਈ ਘਰ ਜਾਂ ਕੋਈ ਪਿੰਡ ਐਸਾ ਨਹੀਂ ਹੋਏਗਾ ਜਿੱਥੇ ਕਿਸੇ ਵਿਅਕਤੀ ਦੀ, ਘਰ ਦੇ ਮੈਂਬਰ ਦੀ ਕੈਂਸਰ ਨਾਲ ਜਾਂ ਕਾਲੇ ਪੀਲੀਏ ਨਾਲ ਡੈਥ ਨਾ ਹੋਈ ਹੋਵੇ। ਸੋ ਇੱਕ ਬਹੁਤ ਵੱਡਾ ਇਹਦਾ ਵੱਡਾ ਕਾਰਨ ਇਹ ਹੈ ਕਿ ਜਿਸ ਕਿਸਮ ਦੀ ਪੈਸਟੀਸਾਈਡ, ਜਿਸ ਕਿਸਮ ਦੇ ਅਸੀਂ ਜ਼ਹਿਰੀਲੀਆਂ ਦਵਾਈਆਂ ਸਾਡੇ ਅਸੀਂ ਬੂਟਿਆਂ ਦੇ ਉੱਤੇ ਛਿੜਕਾਅ ਕਰਦੇ ਹਾਂ, ਅਸੀਂ ਸਾਡੀਆਂ ਸਬਜ਼ੀਆਂ ਤੇ ਛਿੜਕਾਅ ਕਰਦੇ ਹਾਂ, ਅਸੀਂ ਸਾਡੀਆਂ ਜਿਹੜੀਆਂ ਅਸੀਂ ਖਾਂਦੇ ਹਾਂ ਜਿਹੜੀਆਂ ਚੀਜ਼ਾਂ, ਖਾਸ ਤੌਰ ਤੇ ਅਸੀਂ ਕਣਕ ਹੈ ਜਾਂ ਝੋਨਾ ਹੈ, ਉਹਦੇ ਵਿੱਚ ਬੇਹੱਦ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਖਾਦਾਂ ਦੀ ਵਰਤੋਂ, ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੀਆਂ ਸਾਡੇ ਅੰਦਰ ਜਾਂਦੀਆਂ ਨੇ ਔਰ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਸੋ ਉਸ ਤੋਂ ਬਚਣ ਦੀ ਲੋੜ ਹੈ ਇਸ ਵੇਲੇ। ਉਸ ਚੀਜ਼ ਨੂੰ ਸੋਚ ਕੇ ਮੈਨੂੰ ਲੱਗਦਾ ਹੈ ਕਿ ਅਸੀਂ ਕੁਦਰਤ ਦੇ ਨਾਲ ਜੁੜੀਏ। ਅੱਜ ਲੋੜ ਹੈ ਮਨੁੱਖ ਦੀ ਕਿ ਜੇ ਅਸੀਂ ਕੁਦਰਤ ਨਾਲੋਂ ਟੁੱਟ ਜਾਾਂਗੇ ਔਰ ਤਾਂ ਲਾਜ਼ਮੀ ਤੌਰ ਤੇ ਬਹੁਤ ਵੱਡੇ ਅਸੀਂ ਆਉਣ ਵਾਲੇ ਜਿਹੜੀਆਂ ਪੀੜ੍ਹੀਆਂ ਹੋਣਗੀਆਂ ਸਾਡੀਆਂ, ਉਹਨਾਂ ਨੂੰ ਅਸੀਂ ਉਹਨਾਂ ਦੇ ਲਈ ਭਵਿੱਖ, ਇੱਕ ਕਾਲਾ ਭਵਿੱਖ ਜਿਹੜਾ ਹੈਗਾ ਉਹ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਡਾਕਟਰ ਸਾਹਿਬ, ਜਿਵੇਂ ਪਹਿਲਾਂ ਵੀ ਦਰਸ਼ਕਾਂ ਨੂੰ ਦੱਸਿਆ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਹੋ, ਫਿਰ ਇਹ ਕਿਸ ਤਰ੍ਹਾਂ ਪੋਸੀਬਲ ਹੋ ਪਾਉਂਦਾ? ਕਿਉਂਕਿ ਲਗਾਤਾਰ ਤੁਹਾਡੇ ਕੋਲ ਬਹੁਤ ਸਟੂਡੈਂਟਸ ਦੀ ਜ਼ਿੰਮੇਵਾਰੀ ਵੀ ਹੈ ਤੇ ਡਿਪਾਰਟਮੈਂਟ ਦੀ ਵੀ ਜ਼ਿੰਮੇਵਾਰੀ ਹੈ ਤੇ ਫਿਰ ਪਰਿਵਾਰ ਦੀ ਵੀ ਇੱਕ ਵਿਅਕਤੀ ਕੋਲ ਜ਼ਿੰਮੇਵਾਰੀ ਹੁੰਦੀ ਹੈ। ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਇਲਾਵਾ ਤੁਸੀਂ ਕਿਸ ਤਰ੍ਹਾਂ ਇਸ ਜਿਹੜਾ ਸਾਰਾ ਸਿਸਟਮ ਹੈ ਇਸ ਨੂੰ ਹੈਂਡਲ ਕਰਦੇ ਹੋ? ਸੁਖਵਿੰਦਰ ਜੀ, ਇਹਦੇ ਲਈ ਦੇਖੋ, ਆਪਾਂ ਸੈਰ ਕਰਦੇ ਹਾਂ, ਮੰਨ ਲਓ ਸੈਰ ਲਈ ਤੁਹਾਨੂੰ ਘੰਟਾ ਸਵੇਰੇ, ਘੰਟਾ ਸ਼ਾਮ ਦਾ ਚਾਹੀਦਾ, 2 ਘੰਟੇ ਤੁਸੀਂ ਸੈਰ ਨੂੰ ਦਿੰਦੇ ਹੋ। ਔਰ ਮੈਨੂੰ ਇਹ ਲੱਗਦਾ ਵੀ ਸੈਰ ਦੇ ਬਹਾਨੇ ਕਿਉਂ ਨਾ ਤੁਸੀਂ ਘੰਟਾ ਆਪਣੀ ਜਿਹੜੀ ਹੈਗੀ ਹੈ ਸਬਜ਼ੀਆਂ ਦੇ ਲਈ, ਬੂਟਿਆਂ ਨੂੰ ਮਿਲ ਕੇ, ਆਪਣੇ ਜਾਨਵਰਾਂ ਨੂੰ ਮਿਲ ਕੇ, ਕੁਦਰਤ ਨੂੰ ਮਿਲ ਕੇ ਜਿਹੜਾ ਹੈਗਾ ਉਹ ਗੁਜ਼ਾਰਿਆ ਜਾਏ। ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਸੈਰ ਕਰਨ ਦੀ ਬਜਾਏ ਮੈਂ ਜਿਹੜਾ ਹੈਗਾ ਉਹੀ ਸਮਾਂ ਜਿਹੜਾ ਸੈਰ ਨੂੰ ਦੇਣਾ ਹੈ 2 ਘੰਟੇ, ਉਹ ਮੈਂ 2 ਘੰਟੇ ਸਵੇਰੇ ਸ਼ਾਮ ਇੱਥੇ ਦਿੰਦਾ ਔਰ ਕੁਦਰਤ ਦੇ ਨਾਲ ਜੁੜਦਾ। ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਤੁਸੀਂ ਦੇਖ ਰਹੇ ਹੋ, ਚਾਹੇ ਸਬਜ਼ੀਆਂ ਹੋਣ, ਚਾਹੇ ਰੁੱਖ ਹੋਣ, ਚਾਹੇ ਵੱਖ-ਵੱਖ ਜਿਹੜੇ ਨੇ ਸਜਾਵਟੀ ਫੁੱਲਾਂ ਦੀ ਗੱਲ ਆਪਾਂ ਜਦੋਂ ਗੱਲ ਕਰਦੇ ਹਾਂ ਉਹ ਹੋਣ, ਉਹਨਾਂ ਨੂੰ ਮੈਂ ਇੱਕ ਨੂੰ ਜਿਹੜਾ ਹੈਗਾ ਆਪਣੇ ਹੱਥੀਂ ਜਿਹੜਾ ਹੈਗਾ ਲਗਾਇਆ ਵੀ ਹੈ ਔਰ ਇੱਕ ਨੂੰ ਮੈਂ ਆਪਣੇ ਜਿਹੜਾ ਹੈਗਾ ਵੱਡਾ ਹੁੰਦਾ ਦੇਖਿਆ। ਸੋ ਜਿਹੜਾ ਸਕੂਨ ਮਿਲਦਾ ਹੈ, ਉਹ ਜਿਹੜੀ ਸ਼ਾਂਤੀ ਮਿਲਦੀ ਹੈ ਮਨ ਨੂੰ, ਉਹ ਮੈਨੂੰ ਲੱਗਦਾ ਕਿ ਸੈਰ ਨਾਲੋਂ ਸਾਨੂੰ ਜ਼ਿਆਦਾ ਸ਼ਾਂਤੀ ਉੱਥੇ ਜਾ ਕੇ ਮਿਲਦੀ ਹੈ, ਕਿਉਂਕਿ ਆਪਣੇ ਆਪ ਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਕੁਦਰਤ ਦੇ ਨਾਲ ਜੁੜੇ ਹੋਏ ਹੋ। ਘੱਟੋ ਘੱਟ ਚਲੋ
ਜੇ ਕੁਝ ਇਹ ਚੀਜ਼ ਨਹੀਂ ਹੈ ਤਾਂ ਘੱਟੋ ਘੱਟ ਜਿਹੜੇ ਤੁਸੀਂ ਖਾਣਾ ਖਾਂਦੇ ਹੋ, ਜਿਹੜੀਆਂ ਮਤਲਬ ਅਸੀਂ ਸਬਜ਼ੀਆਂ ਇੱਥੋਂ ਤੋੜ ਕੇ ਖਾਂਦੇ ਆ ਜਾਂ ਹੋਰ ਚੀਜ਼ਾਂ ਇੱਥੋਂ ਖਾਂਦੇ ਆ, ਤਾਂ ਉਹ ਸਾਨੂੰ ਇਹ ਲੱਗਦਾ ਵੀ ਅਸੀਂ ਇੱਥੇ ਕੁਦਰਤ ਦੀ ਜਿਹੜੀ ਨਿਆਮਤ ਹੈ ਉਹ ਅਸੀਂ ਖਾਂਦੇ ਆ। ਹੁਣ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਅੰਬ ਜਿਹੜੇ ਸੀਗੇ ਉਹਨਾਂ ਦਾ ਸੀਜ਼ਨ ਚੱਲ ਰਿਹਾ, ਇਸ ਵੇਲੇ ਅਸੀਂ ਅੰਬ ਕਦੇ ਵੀ ਮੁੱਲ ਨਹੀਂ ਲਏ, ਅਸੀਂ ਨਾ ਕਦੇ ਸਬਜ਼ੀਆਂ ਮੁੱਲ ਲਈਆਂ ਨੇ, ਔਰ ਨਾ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਆਪ ਪੈਦਾ ਕਰਦੇ ਹਾਂ। ਮੈਂ ਖੁਦ ਜਿਹੜਾ ਹੈਗਾ ਗੋਡੀ ਵੀ ਕਰਦਾ ਔਰ ਇਹਨਾਂ ਨੂੰ ਲਗਾਉਣਾ ਵੀ ਆ, ਜਿਹੜੇ ਹੈਗਾ ਪਨੀਰੀ ਜਦੋਂ ਲੈ ਕੇ ਆ ਕੇ ਸਾਰਾ ਕੁਝ ਆਪ ਜਿਹੜਾ ਹੈਗਾ ਤਿਆਰ ਕਰੀਦਾ। ਸੋ ਇਸ ਕਰਕੇ ਸਮਾਂ ਨਿਕਲ ਜਾਂਦਾ, ਸਵੇਰੇ ਸ਼ਾਮ ਅਸੀਂ ਮਤਲਬ ਇੱਧਰ ਉੱਧਰ ਘੁੰਮਣ ਫਿਰਨ ਦੀ ਬਜਾਏ ਉਹ ਸਮਾਂ ਜਿਹੜਾ ਹੈਗਾ ਅਸੀਂ ਨੇਚਰ ਨੂੰ ਦਿੰਦੇ ਹਾਂ, ਕੁਦਰਤ ਨੂੰ ਦਿੰਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਨਾਲੇ ਤੁਹਾਡੀ ਬਾਡੀ ਸਹੀ ਰਹਿੰਦੀ ਹੈ, ਠੀਕ। ਜੇ ਤੁਸੀਂ ਕਸਰਤ ਕਰਦੇ ਹੋ, ਜੇ ਤੁਸੀਂ ਕਹੀ ਚਲਾਉਂਦੇ ਹੋ, ਜੇ ਤੁਸੀਂ ਖੁਰਪਾ ਚਲਾਉਂਦੇ ਹੋ ਜਾਂ ਤੁਸੀਂ ਇੱਦਾਂ ਸਫਾਈ ਕਰਦੇ ਹੋ, ਤਾਂ ਲਾਜ਼ਮੀ ਤੌਰ 'ਤੇ ਤੁਹਾਡੀ ਬਾਡੀ ਦੀ ਕਸਰਤ ਹੈ ਉਹ ਆਪਣੇ ਆਪ ਹੀ ਹੋ ਜਾਂਦੀ ਹੈ। ਉਹਦੇ ਵਿੱਚ ਤੁਹਾਨੂੰ ਵਿਸ਼ੇਸ਼ ਕਸਰਤ ਕਰਨ ਦੀ ਲੋੜ ਨਹੀਂ ਹੈ ਔਰ ਤੁਸੀਂ ਆਪਣੇ ਆਪ ਹੀ ਸਾਰਾ ਕੁਝ ਜਿਹੜਾ ਹੈਗਾ ਬਾਡੀ ਤੁਹਾਡੀ ਸਰੀਰ ਜਿਹੜਾ ਹੈਗਾ ਬਹੁਤ ਠੀਕ ਰਹਿੰਦਾ ਹੈ। ਕਦੇ ਤੁਹਾਨੂੰ ਦਵਾਈਆਂ ਤੋਂ ਤੁਸੀਂ ਦੂਰ ਰਹੋਗੇ, ਤੁਹਾਨੂੰ ਪਸੀਨਾ ਆਏਗਾ, ਬਹੁਤ ਸਾਰੇ ਜਿਹੜੇ ਟੌਕਸਿਨ ਜਿਹੜੇ ਨੇ ਉਹ ਤੁਹਾਡੇ ਪਸੀਨੇ 'ਚੋਂ ਆਪਣੇ ਆਪ ਹੀ ਨਿਕਲ ਜਾਣੇ ਪਸੀਨੇ ਦੇ ਰਾਹੀਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਕੁਦਰਤ ਦੇ ਨਾਲ ਜੁੜਾਂਗੇ ਤਾਂ ਬਹੁਤ ਛੁਟਕਾਰਾ ਜਿਹੜਾ ਹੈਗਾ ਤੁਹਾਨੂੰ ਹੋ ਸਕਦਾ ਹੈ, ਦਵਾਈਆਂ ਤੋਂ, ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਔਰ ਇੱਕ ਚੰਗੇ ਇਨਸਾਨ ਦੇ ਤੌਰ ਤੇ ਤੁਸੀਂ ਵਿਚਰ ਸਕਦੇ ਹੋ ਸਮਾਜ ਦੇ ਵਿੱਚ। ਅੱਛਾ ਡਾਕਟਰ ਸਾਹਿਬ, ਜਿਵੇਂ ਵੱਖ-ਵੱਖ ਦੇਖਿਆ ਜਾ ਸਕਦਾ ਕਿ ਵੱਖ-ਵੱਖ ਚੀਜ਼ਾਂ ਤੁਸੀਂ ਉਗਾਈਆਂ ਹੋਈਆਂ ਨੇ, ਥੋੜਾ ਜਿਹਾ ਦਰਸ਼ਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦਿਓ ਕਿ ਕੀ ਤੁਸੀਂ ਬਿਲਕੁਲ ਜ਼ਰੂਰੀ ਹੈ, ਬਿਲਕੁਲ ਜ਼ਰੂਰੀ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਅਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਇਹ ਕਿਹਾ ਜਾਂਦਾ ਕਿ ਜਿਹੜਾ ਬਦਾਮ ਹੈ ਉਹ ਪਹਾੜਾਂ ਦਾ ਰੁੱਖ ਹੈ, ਪਰ ਆਪਾਂ ਨੂੰ ਵੀ ਪਤਾ ਹੈ ਕਿ ਪੰਜਾਬ ਇੱਕ ਐਸੀ ਸਰਜ਼ਮੀਨ ਹੈ ਜਿੱਥੇ ਮੈਨੂੰ ਲੱਗਦਾ ਕਿ ਹਰ ਤਰ੍ਹਾਂ ਦਾ ਜਿਹੜਾ ਬੂਟਾ ਹੈ ਉਹ ਉਗਾਇਆ ਜਾ ਸਕਦਾ ਹੈ। ਤੁਸੀਂ ਦੇਖੋਗੇ ਕਿ ਇਸ ਵੇਲੇ ਬਦਾਮਾਂ ਦਾ ਭਰਿਆ ਪਿਆ ਹੈ ਔਰ ਬਹੁਤ ਸਾਰੇ ਬਦਾਮ ਅਸੀਂ ਤੋੜ ਵੀ ਲਏ ਨੇ, ਪਰ ਹਜੇ ਵੀ ਤੁਸੀਂ ਦੇਖੋਗੇ ਬਹੁਤ ਸਾਰੇ ਬਦਾਮ ਜਿਹੜੇ ਨੇ ਇਹ ਚੱਲ ਰਹੇ ਨੇ ਔਰ ਅਗਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਅਸੀਂ ਤੋੜਾਂਗੇ ਔਰ ਵਧੀਆ ਬਦਾਮ ਜਿਹੜਾ ਹੈਗਾ ਤੁਸੀਂ ਦੇਖੋਗੇ ਇਹ ਸਾਨੂੰ ਮਿਲ ਰਿਹਾ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਆਲੂ ਬੁਖਾਰੇ ਦਾ ਸੀਜ਼ਨ ਸੀਗਾ, ਇਹਦੇ ਤੋਂ ਅਸੀਂ ਲਗਭਗ ਆਲੂ ਬੁਖਾਰੇ ਦਾ, ਕਿਉਂਕਿ ਹੁਣ ਸੀਜ਼ਨ ਇਸ ਵੇਲੇ ਖਤਮ ਹੋ ਚੁੱਕਿਆ, ਅਸੀਂ ਆਲੂ ਬੁਖਾਰਾ ਤੋੜ ਚੁੱਕੇ ਹਾਂ ਔਰ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਘੱਟੋ ਘੱਟ 20-25-30 ਕਿਲੋ ਅਸੀਂ ਇਸ ਤੋਂ ਜਿਹੜਾ ਹੈਗਾ ਆਲੂ ਬੁਖਾਰਾ ਤੋੜਿਆ ਔਰ ਖਾਧਾ ਹੈ ਸਾਰੇ ਪਰਿਵਾਰ ਨੇ ਔਰ ਬੱਚਿਆਂ ਨੇ ਔਰ ਜਿਹੜਾ ਹੈ ਮਿੱਤਰ ਬੇਲੀਆਂ ਨੂੰ ਵੀ ਖਵਾਇਆ ਔਰ ਬਹੁਤ ਹੀ ਵਧੀਆ ਬੂਟਾ ਜਿਹੜਾ ਹੈਗਾ ਇਹ ਬਣਿਆ ਹੈ। ਇਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ, ਇਹਨੂੰ ਜਿਹਨੂੰ ਕਹਿੰਦੇ ਆ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ, ਇਹ ਬਾਅਦ ਦੇ ਵਿੱਚ ਪਤਾ ਲੱਗਦਾ। ਇਹ ਔਲੇ ਦਾ ਬੂਟਾ ਹੈ ਔਰ ਇਹਨੂੰ ਹੁਣ ਅਗਲੇ ਦਿਨਾਂ ਦੇ ਵਿੱਚ ਔਲਾ ਜਿਹੜਾ ਹੈਗਾ ਫਲ ਤਿਆਰ ਹੋ ਰਿਹਾ ਹੈ ਔਰ ਔਲੇ ਦੇ ਬਹੁਤ ਜਿਹੜਾ ਹੈਗਾ ਫਲ ਲੱਗੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਔਲੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ। ਔਲੇ ਦੀ ਚਟਨੀ ਵੀ ਬਣ ਜਾਂਦੀ ਹੈ, ਔਲੇ ਦੀਆਂ ਤੁਸੀਂ ਉਹ ਗੋਲੀਆਂ ਬਣਾ ਕੇ ਜਿਹੜੀਆਂ ਮਿੱਠੀਆਂ ਉਹ ਜਿਵੇਂ ਰਾਮਦੇਵ ਜੀ ਵੇਚਦੇ ਆ ਉਹ ਤੁਸੀਂ ਖਾ ਸਕਦੇ ਹੋ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਔਲੇ ਨੂੰ ਤਾਂ ਜ਼ਰੂਰ ਖਾਣਾ ਚਾਹੀਦਾ। ਔਲੇ ਦਾ ਰਸ ਤੁਸੀਂ ਬਣਾ ਕੇ ਪੀ ਸਕਦੇ ਹੋ, ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਔਲਾ ਬਹੁਤ ਜ਼ਰੂਰੀ ਹੈ ਤੁਹਾਡੀ ਸਿਹਤ ਦੇ ਲਈ। ਸੋ ਅੱਗੇ ਆ ਜਾਓ, ਅੱਗੇ ਦਾ ਅਗਲਾ ਬੂਟਾ ਹੈ ਅਮਰੂਦ ਦਾ ਬੂਟਾ। ਅਮਰੂਦ ਦਾ ਬੂਟਾ ਤੁਸੀਂ ਦੇਖੋਗੇ ਕਿ ਇਸ ਵੇਲੇ ਪੂਰਾ ਭਰਿਆ ਪਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੂਦ ਜਿਹੜੇ ਨੇ ਉਹ ਪੱਕ ਜਾਣੇ ਹੈ ਔਰ ਅਮਰੂਦ ਇੱਕ ਐਸਾ ਫਲ ਹੈ ਜਿਹਨੂੰ ਖਾਣ ਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਸਾਡੇ ਤੱਤ ਨੇ ਸਾਡੀ ਬਾਡੀ ਨੂੰ ਮਿਲਦੇ ਨੇ ਔਰ ਬਹੁਤ ਸਾਰੀ ਤਾਕਤ ਜਿਹੜੀ ਹੈਗੀ ਹੈ ਸਾਨੂੰ ਮਿਲਦੀ ਹੈ। ਔਰ ਅਮਰੂਦ ਨੂੰ ਮੈਨੂੰ ਲੱਗਦਾ ਕਿ ਜਿਵੇਂ ਡਾਕਟਰ ਕਹਿੰਦੇ ਨੇ ਕਿ ਸਾਨੂੰ ਸੀਜ਼ਨਲ ਔਰ ਰੀਜਨਲ ਫਲ ਜਿਹੜਾ ਹੈਗਾ ਖਾਣੇ ਚਾਹੀਦੇ ਨੇ। ਸੀਜ਼ਨਲ ਵੀ ਹੋਣ, ਯਾਨੀ ਕਿ ਅਸੀਂ ਕਹਿੰਦੇ ਕਿ ਅਸੀਂ ਸਟੋਰਾਂ ਚੋਂ ਲੈ ਕੇ ਜਿਵੇਂ ਮਹਿੰਗੇ ਭਾਅ ਦਾ ਜਿਹੜੇ ਮੰਨ ਲਓ ਸੇਬ ਹੈ 200-200 300-300 ਰੁਪਏ ਕਿਲੋ ਤੁਸੀਂ ਖਾਂਦੇ ਹੋ, ਉਹਦੇ ਨਾਲੋਂ ਤੁਸੀਂ ਜਿਹੜੇ ਸੀਜ਼ਨਲ ਨੇ ਉਹ ਫਲ ਖਾਓਗੇ ਤਾਂ ਜ਼ਿਆਦਾ ਉਹ ਬਾਡੀ ਲਈ ਠੀਕ ਲਾਹੇਵੰਦ ਹੋ ਸਕਦੇ ਨੇ। ਸੋ ਮੇਰਾ ਸਭ ਨੂੰ ਇਹੀ ਸੁਝਾਅ ਹੈ ਕਿ ਅਸੀਂ ਸੀਜ਼ਨਲ ਔਰ ਰੀਜਨਲ ਜਿਹੜੇ ਨੇ ਫਲ ਉਹ ਖਾਈਏ, ਹੋਰ ਅਸੀਂ ਮਹਿੰਗੇ ਭਾਅ ਦੇ ਜਿਹੜੇ ਲੈ ਕੇ ਖਰੀਦ ਕੇ ਫਲ ਨਾ ਖਾਈਏ। ਸੋ ਇਹਦੇ ਤੋਂ ਬਚਿਆ ਜਾਵੇ। ਅੱਗੇ ਅਗਲਾ ਬੂਟਾ ਜਿਹੜਾ ਤੁਸੀਂ ਦੇਖੋਗੇ ਇਹ ਅੰਜੀਰ ਦਾ ਬੂਟਾ ਹੈ। ਪੰਜਾਬ ਦੇ ਵਿੱਚ ਅੰਜੀਰ ਹੁਣ ਬਹੁਤ ਹੀ ਵਧੀਆ ਫਲ ਜਿਹੜਾ ਹੈਗਾ ਮੰਨਿਆ ਜਾਂਦਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਹੁਣ ਵੀ ਕੁਝ ਅੰਜੀਰਾਂ ਹਜੇ ਲੱਗੀਆਂ ਹੋਈਆਂ ਨੇ। ਲਗਭਗ ਅਸੀਂ ਕਾਫੀ ਅੰਜੀਰਾਂ ਤੋੜ ਚੁੱਕੇ ਹਾਂ ਔਰ ਹਜੇ ਛੋਟਾ ਹੈ, 2-2.5 ਸਾਲ ਦਾ ਬੂਟਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਉਂ-ਜਿਉਂ ਇਹ ਵੱਡਾ ਹੋਏਗਾ ਤਿਉਂ ਇਹਦੇ ਤੇ ਅੰਜੀਰਾਂ ਵੀ ਜਿਹੜੀਆਂ ਨੇ ਬਹੁਤ ਵਧੀਆ ਔਰ ਬਹੁਤ ਹੀ ਮਿੱਠੀਆਂ ਅੰਜੀਰਾਂ ਇਹਦੇ ਤੇ ਲੱਗਦੀਆਂ ਨੇ। ਬਹੁਤ ਅੱਛਾ ਫਲ ਹੈ ਅੰਜੀਰ ਮੰਨਿਆ ਜਾਂਦਾ ਹੈ, ਖਾਸ ਤੌਰ ਤੇ ਸਰਦੀ ਦਾ ਜਿਹੜਾ ਤੋਹਫਾ ਇਹਨੂੰ ਕਿਹਾ ਜਾਂਦਾ ਹੈ। ਔਰ ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਹ ਇਮਲੀ ਦਾ ਬੂਟਾ ਹੈ।
ਇਮਲੀ ਦਾ ਬੂਟਾ, ਇਮਲੀ ਵੀ ਜਿਹੜੀ ਹੈਗੀ ਹੈ ਸਬਜ਼ੀ 'ਚ ਪਾਈ ਜਾ ਸਕਦੀ ਹੈ, ਉੱਦਾਂ ਤੁਸੀਂ ਖਾ ਸਕਦੇ ਹੋ। ਬਹੁਤ ਸਾਰੇ ਰੋਗਾਂ ਦੇ ਲਈ ਜਿਹੜਾ ਹੈਗਾ ਬਹੁਤ ਵਧੀਆ ਇਲਾਜ ਦੇ ਤੌਰ ਤੇ ਇਹਨੂੰ ਵਰਤਿਆ ਜਾ ਸਕਦਾ ਹੈ। ਸੋ ਇਹ ਇਮਲੀ ਹੈ ਅਜੇ ਛੋਟੀ ਹੈ, ਹੌਲੀ ਹੌਲੀ ਵੱਡੀ ਹੋ ਰਹੀ ਹੈ। ਬਾਕੀ ਇਹ ਕੁਝ ਐਸੀ ਚੀਜ਼ਾਂ ਲਾਈਆਂ ਨੇ ਜਿਹੜੀਆਂ ਅੱਖਾਂ ਨੂੰ ਵੀ ਸਕੂਨ ਦੇਣ, ਔਰ ਉਹ ਤੁਸੀਂ ਦੇਖੋਗੇ ਕਿ ਇਹ ਜਿਹੜੇ ਫੁੱਲਾਂ ਦੇ ਬੂਟੇ ਨੇ, ਇਹਦੇ ਤੇ ਵਾਈਟ ਤੁਸੀਂ ਦੇਖੋਗੇ ਕਿ ਵਾਈਟ ਫੁੱਲ ਨੇ ਛੋਟੇ ਛੋਟੇ, ਬਹੁਤ ਖੂਬਸੂਰਤ। ਇਸੇ ਤਰ੍ਹਾਂ ਰੈੱਡ ਔਰ ਗੁਲਾਬੀ ਫੁੱਲ ਨੇ, ਇਹ ਵੱਖਰਾ ਸਕੂਨ ਦਿੰਦੇ ਨੇ ਤੁਹਾਡੀਆਂ ਦੇਖਣ ਨੂੰ, ਅੱਖਾਂ ਨੂੰ। ਸੋ ਇਹ ਵੀ ਅਸੀਂ ਨਾਲ ਨਾਲ ਫੁੱਲਾਂ ਦਾ ਵੀ ਜਿਹੜਾ ਹੈਗਾ, ਤਾਂ ਕਿ ਕੱਲਾ ਇਹ ਨਾ ਲੱਗੇ ਵੀ ਕੱਲਾ ਹੀ ਸਬਜ਼ੀ ਹੈ ਜਾਂ ਕੱਲੇ ਰੁੱਖੀ ਨੇ, ਨਾਲ ਨਾਲ ਤੁਹਾਨੂੰ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਫੁੱਲਾਂ ਦੇ ਨਾਲ ਵੀ ਜੁੜੋ। ਫੁੱਲਾਂ ਦਾ ਵੀ ਇੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਮਹੱਤਵ ਹੁੰਦਾ। ਸੋ ਨਾਲ ਨਾਲ ਅਸੀਂ ਫੁੱਲਾਂ ਵੀ ਲਗਾਏ ਨੇ, ਗੁਲਾਬ ਲਗਾਇਆ ਹੈ, ਇਸ ਤਰ੍ਹਾਂ ਹੋਰ ਸਾਰੇ ਬਹੁਤ ਸਾਰੇ ਜਿਹੜੇ ਨੇ ਬੂਟੇ ਤੁਸੀਂ ਫੁੱਲਾਂ ਦੇ ਦੇਖੋਗੇ ਜਿਹੜੇ ਹੁਣ ਫੁੱਲ ਦੇ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਦੋਂ ਸਰਦੀਆਂ ਦੇ ਵਿੱਚ ਗੁਲਦੌਦੀਆਂ ਸ਼ੁਰੂ ਹੋ ਜਾਣੀਆਂ ਨੇ, ਉਹ ਅਸੀਂ ਲਗਾ ਦੇਣੀਆਂ ਨੇ। ਇਸ ਤਰ੍ਹਾਂ ਅੱਗੇ ਇਹ ਹਾਰ ਸ਼ਿੰਗਾਰ ਦਾ ਬੂਟਾ ਹੈ, ਬਹੁਤ ਹੀ ਵਧੀਆ ਜਿਹੜਾ ਹੈਗਾ। ਇਹਦੇ ਪੱਤੇ ਵੀ ਔਰ ਇਹਦੀਆਂ ਟਹਿਣੀਆਂ, ਇਹਦੇ ਫਲ ਜਿਹੜੇ ਨੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੇ ਆ। ਇਹ ਜ਼ਰੂਰ ਮੈਨੂੰ ਲੱਗਦਾ ਕਿ ਹਰ ਬਸ਼ਿੰਦੇ ਨੂੰ ਘਰ ਦੇ ਵਿੱਚ ਲਾਉਣਾ ਚਾਹੀਦਾ ਹੈ। ਸੋ ਨਾਲ ਹੀ ਤੁਸੀਂ ਦੇਖੋਗੇ ਕਿ ਇਹ ਫਲ ਹੈ ਨਾਸ਼ਪਤੀ ਦਾ। ਨਾਸ਼ਪਤੀ ਇੱਕ ਬਹੁਤ ਇੱਕ ਸਿੰਪਲ ਹਰ ਜਗ੍ਹਾ ਉੱਗ ਜਾਂਦਾ ਹੈ, ਔਰ ਬਹੁਤ ਹੀ ਵਧੀਆ ਨਾਸ਼ਪਤੀਆਂ ਹੁਣੀ ਲੱਗ ਕੇ ਹਟੀਆਂ ਨੇ, ਹਜੇ ਤੋੜਿਆ ਫਲ ਹਜੇ ਤਾਜ਼ਾ। ਸੋ ਇਸ ਕਰਕੇ ਨਾਸ਼ਪਤੀ ਦਾ ਬੂਟਾ ਜਿਹੜਾ ਹੈਗਾ ਬਹੁਤ ਘੱਟ ਥਾਂ ਮੰਗਦਾ, ਸਿੱਧਾ ਜਾਂਦਾ ਉੱਪਰ ਨੂੰ, ਔਰ ਇਹਦੇ ਲਈ ਬਹੁਤ ਹੀ ਸਪੇਸ ਵੀ ਨਹੀਂ ਚਾਹੀਦੀ। ਔਰ ਤੁਸੀਂ ਆਪਣੇ ਵਿਹੜਿਆਂ ਦੇ ਵਿੱਚ ਜਾਂ ਖਾਲੀ ਥਾਵਾਂ ਦੇ ਉੱਤੇ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਨਾਸ਼ਪਤੀ ਲਾ ਸਕਦੇ ਹੋ। ਮੇਰੀ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਇਹੀ ਮੇਰਾ ਸੁਝਾਅ ਹੈ। ਤੁਸੀਂ ਅੱਗੇ ਅਗਲਾ ਜਿਹੜਾ ਫਲ ਹੈ ਇਹ ਹੈ ਦੁਸ਼ਹਿਰੀ ਅੰਬ। ਪਹਿਲਾਂ ਅਸੀਂ ਅਮਰਪਾਲੀ ਵੀ ਲਗਾਇਆ ਹੈ, ਇਹਦੇ ਨਾਲ ਹੀ ਜਿਹੜਾ ਹੈਗਾ ਇਹ ਦੁਸ਼ਹਿਰੀ ਅੰਬ ਹੈ। ਔਰ ਦੁਸ਼ਹਿਰੀ ਅੰਬ ਤੁਸੀਂ ਦੇਖੋਗੇ ਕੁਛ ਹਾਲਾਂਕਿ ਅਸੀਂ ਤੋੜ ਚੁੱਕੇ ਹਾਂ ਬਹੁਤ ਸਾਰੇ, ਲਗਭਗ 40-50 ਕਿਲੋ ਅੰਬ ਅਸੀਂ ਇੱਥੋਂ ਤੋੜ ਚੁੱਕੇ ਹਾਂ, ਬਟ ਹਜੇ ਵੀ ਕੁਛ ਲੱਗੇ ਹੋਏ ਨੇ। ਮੈਂ ਸਤੀਸ਼ ਜੀ ਨੂੰ ਬੇਨਤੀ ਕਰਾਂਗਾ ਕਿ ਕੁਛ ਅੰਬ ਜਿਹੜੇ ਨੇ ਲੱਗੇ ਹੋਏ ਨੇ ਉਹ ਅੰਬਾਂ ਨੂੰ ਜ਼ਰੂਰ ਦਿਖਾ ਦੇਣ ਵੀ ਕਿਸ ਸਾਈਜ਼ ਦਾ ਅੰਬ ਜਿਹੜਾ ਹੈਗਾ। ਸਤੀਸ਼ ਜੀ ਅੰਬ ਜਿਹੜੇ ਨੇ ਕੁਛ ਲੱਗੇ ਹੋਏ ਆ ਉਹ ਜ਼ਰੂਰ ਦਰਸ਼ਕਾਂ ਨੂੰ ਆਪਾਂ ਦਿਖਾ ਦਈਏ ਕਿ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਇੰਨਾ ਮਿੱਠਾ ਅੰਬ ਜਿਹੜਾ ਹੈਗਾ ਤੁਹਾਨੂੰ ਬਾਜ਼ਾਰ 'ਚੋਂ ਨਹੀਂ ਮਿਲੇਗਾ ਜੀ। ਜਿਸ ਮਿਠਾਸ ਜਿਸ ਕਿਸਮ ਦੀ ਇਸ ਅੰਬਾਂ ਦੇ ਵਿੱਚ ਹੈ, ਕੁਦਰਤ ਵੱਲੋਂ ਜਿਹੜੀ ਸਾਨੂੰ ਨਿਆਮਤ ਮਿਲੀ ਹੋਈ ਹੈ, ਉਹ ਅੰਬ ਤੁਹਾਨੂੰ ਬਾਜ਼ਾਰ 'ਚੋਂ ਜਿਹੜੇ ਪੋਟਾਸ਼ ਦੇ ਨਾਲ ਪਕਾਏ ਹੁੰਦੇ ਆ ਜਾਂ ਜਿਹੜੇ ਹੋਰ ਚੀਜ਼ਾਂ ਦੇ ਨਾਲ ਅਨਨੈਚੁਰਲ ਚੀਜ਼ਾਂ ਦੇ ਨਾਲ ਪਕਾਏ ਜਾਂਦੇ ਆ, ਉਹ ਫਲਾਂ ਨਾਲੋਂ ਕਿਤੇ ਜ਼ਿਆਦਾ ਮਿੱਠਾ ਜਿਹੜਾ ਹੈਗਾ ਇਹ ਅੰਬ ਤੁਸੀਂ ਦੇਖੋਗੇ। ਔਰ ਨਾਲ ਹੀ ਤੁਸੀਂ ਦੇਖੋਗੇ ਕਿ ਕਿਨੂਆਂ ਦਾ ਬੂਟਾ ਹੈ, ਔਰ ਨਾਲ ਨਿੰਬੂ ਹੈ, ਔਰ ਉਹਦੇ ਨਾਲ ਹੀ ਅਨਾਰਾਂ ਦਾ ਬੂਟਾ ਹੈ। ਤੁਸੀਂ ਦੇਖੋਗੇ ਹਜੇ ਵੀ ਅਨਾਰ ਜਿਹੜੇ ਨੇ ਲੱਗ ਰਹੇ ਨੇ, ਔਰ ਹੌਲੀ ਹੌਲੀ ਅਨਾਰ ਬਹੁਤ ਹੀ ਕਮਾਲ ਦਾ ਅਨਾਰ ਮਿੱਠਾ ਅਨਾਰ ਜਿਹੜਾ ਹੈਗਾ ਉਹ ਲੱਗਿਆ ਹੋਇਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਕਿਉਂਕਿ ਇਹ 2 ਸਾਲ ਦਾ ਬੂਟਾ ਹੈ, ਥੋੜੇ ਅਨਾਰ ਲੱਗੇ ਆ। ਆਉਣ ਵਾਲੇ ਦਿਨਾਂ 'ਚ ਇਹਨੂੰ ਜਿਉਂ-ਜਿਉਂ ਵੱਡਾ ਹੋਏਗਾ ਹੋਰ ਵਧੀਆ ਅਨਾਰ ਜਿਹੜੇ ਨੇ ਇੱਥੇ ਵੱਡੇ ਅਨਾਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲੱਗਣਗੇ। ਸੋ ਨਾਲ ਹੀ ਬੂਟਾ ਅਗਲਾ ਬੂਟਾ ਜੇ ਆਪਾਂ ਕਹੀਏ ਇਹ ਫਿਰ ਮੌਸਮੀ ਦਾ ਬੂਟਾ ਹੈ ਜੀ। ਮੌਸਮੀ ਵੀ ਜਿਹੜੀ ਹੈਗੀ ਹੈ ਬਹੁਤ ਗਰਮੀਆਂ 'ਚ ਖਾਸ ਤੌਰ ਤੇ ਇਹ ਜ਼ਰੂਰ ਇਹਦਾ ਰਸ ਪੀਣਾ ਚਾਹੀਦਾ ਹੈ, ਖਾਣੀ ਚਾਹੀਦੀ ਹੈ। ਔਰ ਗਰਮੈਸ਼ ਵਾਸਤੇ ਜਿਹੜੀ ਹੁੰਦੀ ਹੈ ਇਹਦੀ ਬਹੁਤ ਲੋੜ ਹੈ, ਬਾਡੀ ਨੂੰ ਬਹੁਤ ਜ਼ਰੂਰੀ ਹੁੰਦੀ ਹੈ ਇਹਦਾ ਰਸ ਪੀਣਾ ਜਾਂ ਉੱਦਾਂ ਖਾਣੀ ਜਿਹੜੀ ਹੈਗੇ ਨਮਕ ਲਾ ਕੇ ਖਾ ਲਓ। ਸੋ ਬਹੁਤ ਹੀ ਵਧੀਆ ਫਲ ਦੇ ਰਹੀ ਹੈ। ਅਗਲੇ ਆਪਾਂ ਅੱਗੇ ਚੱਲਦੇ ਹਾਂ ਸਤੀਸ਼ ਜੀ। ਅੱਗੇ ਹੈ ਕਿ ਇਹ ਤੁਸੀਂ ਦੇਖੋਗੇ ਕਿ ਹਲਦੀ ਦੇ ਬੂਟੇ ਨੇ ਜੀ। ਔਰ ਹਲਦੀ ਜਿਵੇਂ ਆਪਾਂ ਨੂੰ ਵੀ ਪਤਾ ਹੈ ਕਿ ਹਰ ਸਬਜ਼ੀ 'ਚ ਪੈਣੀ ਹੀ ਪੈਣੀ ਹੈ, ਉੱਦਾਂ ਵੀ ਜੇ ਤੁਸੀਂ ਸਰਦੀਆਂ ਦੇ ਵਿੱਚ ਜਾਂ ਗਰਮੀਆਂ ਦੇ ਵਿੱਚ ਕਿਉਂਕਿ ਹੁਣ ਕਰੋਨਾ ਦਾ ਦੌਰ ਚੱਲਿਆ ਪਿੱਛੇ ਜੇ ਤੁਸੀਂ ਹਲਦੀ ਨੂੰ ਪੀਸ ਕੇ ਤਾਜ਼ੀ ਇਹ ਜੀ ਓਰੀਜਨਲ ਹਲਦੀ ਨੂੰ, ਇਹ ਨਹੀਂ ਕਿ ਬਾਜ਼ਾਰੋਂ ਲੈ ਕੇ ਮੈਂ ਕਹਿ ਰਿਹਾ, ਜੇ ਤੁਸੀਂ ਇਦਾਂ ਦੀ ਹਲਦੀ ਨੂੰ ਤੁਸੀਂ 1 ਚਮਚ ਇਹਨੂੰ ਪੀਸ ਕੇ ਡੇਲੀ ਤੁਸੀਂ ਆਪਣੇ ਦੁੱਧ ਦੇ ਵਿੱਚ ਪਾ ਕੇ ਪੀਓਗੇ ਜਾਂ ਉੱਦਾਂ ਖਾਓਗੇ ਤਾਂ ਇਹਦੇ ਨਾਲ ਮੈਨੂੰ ਲੱਗਦਾ ਕਿ ਕੋਈ ਵੀ ਬਿਮਾਰੀ ਤੁਹਾਨੂੰ ਨਹੀਂ ਹੋਏਗੀ, ਚਾਹੇ ਕਰੋਨਾ ਹੈ ਚਾਹੇ ਜ਼ੁਕਾਮ ਹੈ, ਇੱਥੋਂ ਤੱਕ ਕਿ ਜਿਹੜੀਆਂ ਕੈਂਸਰ ਵਰਗੀਆਂ ਬਿਮਾਰੀਆਂ ਨੇ ਉਹ ਵੀ ਹਲਦੀ ਡੇਲੀ ਆਪਾਂ ਜੇ ਕੁਛ ਜਿਵੇਂ ਕੁਛ ਗੈਪ ਪਾ ਕੇ 2 ਦਿਨਾਂ ਬਾਅਦ 3 ਦਿਨਾਂ ਬਾਅਦ ਉਹ ਸਾਰੀਆਂ ਤੁਸੀਂ ਇਹਦੇ ਨਾਲ ਬਚ ਸਕਦੇ ਹੋ ਬਿਮਾਰੀਆਂ ਤੋਂ। ਅਗਲੀ ਆਪਣੇ ਕੋਲੇ ਸਤੀਸ਼ ਜੀ ਇਹ ਹੈ ਤੁਲਸੀ।
ਜੀ ਇਹਨੂੰ ਲੈਮਨ ਤੁਲਸੀ ਕਿਹਾ ਜਾਂਦਾ ਹੈ ਔਰ ਇਹ ਇੰਨੀ ਹੁੰਦੀ ਹੈ ਜੇ ਤੁਸੀਂ ਦੂਜੀ ਹਾਲਾਂਕਿ ਜਿਹੜੀ ਕਾਲੀ ਤੁਲਸੀ ਹੁੰਦੀ ਆ ਉਹ ਬਹੁਤ ਘਟਦੀ ਹੈ ਪਰ ਇਹਨੂੰ ਇੰਨੀ ਤੁਲਸੀ ਨੂੰ ਇੰਨੇ ਪੱਤੇ ਲੱਗਦੇ ਆ ਕਿ ਇੱਕ ਵੱਡਾ ਦਰਖਤ ਦੇ ਤੌਰ ਤੇ ਬਣ ਜਾਂਦੀ ਹੈ ਹੌਲੀ ਹੌਲੀ। ਸੋ ਇਹਦੇ ਪੱਤੇ 4-5 ਪੱਤੇ ਜੇ ਤੁਸੀਂ ਵੈਸੇ ਹੀ ਖਾ ਲਓ, ਵੈਸੇ ਹੀ ਡੇਲੀ ਤੁਸੀਂ ਮਤਲਬ ਸਵੇਰੇ ਉੱਠ ਕੇ ਖਾ ਲਓ ਤਾਂ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਤੋਂ ਤੁਹਾਨੂੰ ਬਚਾਅ ਹੋ ਸਕਦਾ ਹੈ। ਸੋ ਤੁਲਸੀ ਜਿਹੜੀ ਹੈਗੀ ਆਮ ਘਰਾਂ ਦੇ ਵਿੱਚ ਜਾਂ ਗਮਲਿਆਂ ਦੇ ਵਿੱਚ ਲਗਾਈ ਜਾ ਸਕਦੀ ਹੈ। ਸੋ ਇਹ ਬਹੁਤੀ ਇਹ ਦੇਖਭਾਲ ਵੀ ਨਹੀਂ ਮੰਗਦੀ ਔਰ ਇਹ ਬਹੁਤਾ ਪਾਣੀ ਵੀ ਨਹੀਂ ਮੰਗਦੀ, ਇਹ ਆਪਣੇ ਆਪ ਹੀ ਹੋ ਜਾਂਦੀ ਹੈ। ਸੋ ਇਹ ਜਿਹੜੀ ਹੈਗੀ ਤੁਲਸੀ ਤੁਸੀਂ ਲਗਾਓਗੇ ਤਾਂ ਬਹੁਤ ਵਧੀਆ ਰਹੋਗੇ। ਨਾਲ ਹੀ ਕੜੀ ਪੱਤਾ ਹੈ, ਆਮ ਹੋ ਜਾਂਦਾ ਹੈ ਔਰ ਇਹ ਕੜੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਸਬਜ਼ੀਆਂ ਦੇ ਵਿੱਚ ਜਾਂ ਹੋਰ ਦਾਲਾਂ ਦੇ ਵਿੱਚ ਤੁਸੀਂ ਪਾ ਕੇ ਇਹਦਾ ਬਹੁਤ ਫਾਇਦੇਮੰਦ ਜਿਹੜਾ ਹੈਗਾ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ। ਇਹ ਕੜੀ ਪੱਤਾ ਜਿਹੜਾ ਹੈਗਾ। ਨਾਲ ਹੀ ਚੀਕੂ ਦਾ ਬੂਟਾ ਹੈ, ਤੁਸੀਂ ਦੇਖੋਗੇ ਸੁਖਵਿੰਦਰ ਜੀ ਕਿ ਬਹੁਤ ਸਾਰੇ ਫਲ ਤੁਸੀਂ ਦੇਖੋਗੇ ਆ ਛੋਟੇ ਛੋਟੇ ਇਸ ਵੇਲੇ ਚੀਕੂ ਲੱਗੇ ਹੋਏ ਆ ਜੀ, ਬਹੁਤ ਫਲ ਪੈ ਚੁੱਕੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਇਸ ਚੀਕੂ ਦੇ ਮੈਂ ਤੁਹਾਨੂੰ ਇਹ ਦੱਸਾਂ ਕਿ ਜਿਹੜਾ ਅਸੀਂ ਫਲ ਖਾਧਾ ਪਿਛਲੇ ਦਿਨਾਂ ਦੇ ਵਿੱਚ ਜੀ ਇੰਨਾ ਮਿੱਠਾ ਅਸੀਂ ਪਹਿਲੀ ਵਾਰੀ ਮੈਂ ਕਹਿੰਦਾ ਕਿ ਤੁਸੀਂ ਬਾਹਰ ਜਿਹੜਾ ਅਸੀਂ ਖਾਂਦੇ ਆ ਉਹ ਨਹੀਂ ਖਾਧਾ ਹੋਏਗਾ ਜੀ। ਉਹ ਇਸ ਲਈ ਨਹੀਂ ਹੁੰਦਾ ਕਿਉਂਕਿ ਉਹ ਜਿਹੜੇ ਉਹਨਾਂ ਨੂੰ ਪਕਾਉਣ ਦਾ ਤਰੀਕਾ ਹੁੰਦਾ ਜੀ ਉਹ ਬਹੁਤ ਹੀ ਗਲਤ ਹੁੰਦਾ। ਉਹ ਪਹਿਲਾਂ ਜਿਹੜੇ ਨੇ ਉਹ ਸਾਰਾ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹਨਾਂ ਨੂੰ ਪਕਾਉਂਦੇ ਨੇ ਔਰ ਪੈਸੇ ਵਟਣ ਦੇ ਲਈ ਉਹਨੂੰ ਗਲਤ ਤਰੀਕੇ ਦੇ ਨਾਲ ਪਕਾ ਕੇ ਸਾਨੂੰ ਵੇਚਿਆ ਜਾਂਦਾ। ਸੋ ਉਸ ਨਾਲੋਂ ਤੁਸੀਂ ਕੁਦਰਤੀ ਤਰੀਕੇ ਨਾਲ ਜਦੋਂ ਚੀਕੂ ਨੂੰ ਪਕਾਓਗੇ ਤਾਂ ਇਹਦੇ ਵਿੱਚ ਇੰਨੀ ਮਿਠਾਸ ਆਏਗੀ ਤੁਸੀਂ ਮੈਂ ਕਹਿੰਦਾ ਸੋਚ ਵੀ ਨਹੀਂ ਸਕਦੇ ਕਿ ਇੰਨਾ ਮਿੱਠਾ ਪਹਿਲੀ ਵਾਰੀ ਤੁਸੀਂ ਖਾ ਸਕੋਗੇ। ਕੁਛ ਅਜੇ ਪੁਰਾਣੇ ਵੀ ਬਚੇ ਹੋਏ ਆ ਔਰ ਅਜੇ ਲੱਗੇ ਹੋਏ ਆ ਪੁਰਾਣੇ, ਉਹ ਅਸੀਂ ਤੋੜੇ ਨਹੀਂ ਸੀਗੇ, ਉਹ ਦੇਖ ਸਕਦੇ। ਪਰ ਨਾਲ ਨਾਲ ਨਵਾਂ ਫਲ ਤੁਸੀਂ ਦੇਖੋਗੇ ਕਿ ਕਾਫੀ ਫਲ ਜਿਹੜਾ ਹੈਗਾ ਉਹ ਲੱਗ ਰਿਹਾ, ਛੋਟਾ ਹਜੇ, ਹੌਲੀ ਹੌਲੀ ਹੋਰ ਅੱਗੇ ਆਏਗਾ। ਅਗਲਾ ਬੂਟਾ ਸਤੀਸ਼ ਜੀ ਹੈ ਸੁਖਿੰਦਰ ਜੀ, ਅਮਰਪਾਲੀ ਜੀ। ਇਹ ਇੱਕ ਨਵੀਂ ਵੈਰਾਈਟੀ ਹੈ, ਦੂਜੀ ਵੈਰਾਈਟੀ ਹੈ ਦੁਸ਼ਹਿਰੇ ਦੀ ਪਹਿਲਾਂ ਆਪਾਂ ਗੱਲ ਕੀਤੀ ਸੀਗੀ। ਇਹ ਅਮਰਪਾਲੀ ਤੁਸੀਂ ਸਤੀਸ਼ ਜੀ ਆ ਦਿਖਾ ਦਿਓ। ਇਹ ਬਹੁਤ ਹੀ ਖੂਬਸੂਰਤ ਅੰਬ ਜਿਹੜੇ ਨੇ ਹਜੇ ਵੀ ਲੱਗੇ ਹੋਏ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੱਕ ਜਾਣੇ ਆ ਇਹ ਅੰਬ। ਔਰ ਅਮਰਪਾਲੀ ਵੀ ਬਹੁਤ ਹੀ ਸਵਾਦਿਸ਼ਟ ਅੰਬ ਮੰਨਿਆ ਜਾਂਦਾ ਹੈ ਅੰਬਾਂ ਦੇ ਵਿੱਚ। ਔਰ ਇਹ ਕਿਉਂਕਿ ਇਹਦਾ ਬੂਟਾ ਬਹੁਤ ਛੋਟਾ ਰਹਿੰਦਾ ਹੈ, ਬਹੁਤ ਸਾਈਜ਼ ਬਹੁਤਾ ਨਹੀਂ ਵੱਧਦਾ, ਇਸ ਕਰਕੇ ਬਹੁਤ ਸਲੋ ਇਹਦੀ ਜਿਹੜੀ ਹੈਗੀ ਹੈ ਵਾਧਾ ਹੁੰਦਾ। ਪਰ ਜਿਹੜੇ ਇਹਦਾ ਫਲ ਹੁੰਦਾ ਹੈ ਇਹ ਬਹੁਤ ਹੀ ਮਿੱਠਾ ਹੁੰਦਾ ਹੈ ਔਰ ਜਦੋਂ ਕੁਝ ਮੀਂਹ ਪੈ ਜਾਂਦੇ ਨੇ, ਮੀਂਹ ਤੋਂ ਬਾਅਦ ਇਹਦੇ ਫਲ ਜਿਹੜੇ ਨੇ ਪੱਕਣੇ ਸ਼ੁਰੂ ਹੁੰਦੇ ਆ ਔਰ ਤੁਸੀਂ ਲੰਮਾ ਸਮਾਂ ਜਿਹੜਾ ਹੈਗਾ ਅੰਬਾਂ ਨੂੰ, ਅਮਰਪਾਲੀ ਨੂੰ ਖਾ ਸਕਦੇ ਹੋ। ਸੋ ਵਧੀਆ ਤਰੀਕਾ ਹੈ। ਅਗਲੀ ਵੇਲ ਹੈ ਪੇਠੇ ਦੀ। ਤੁਸੀਂ ਦੇਖੋਗੇ ਕਿ ਪੇਠਾ ਜਿਹੜਾ ਹੈਗਾ ਬਿਲਕੁਲ ਨੈਚੁਰਲ ਤਰੀਕੇ ਦੇ ਨਾਲ ਉਗ ਰਿਹਾ ਹੈ ਔਰ ਪੇਠੇ ਲੱਗ ਰਹੇ ਨੇ। ਤੁਸੀਂ ਦੇਖੋਗੇ ਸਤੀਸ਼ ਜੀ ਆ ਦੇਖੋ ਪੇਠਾ ਮੈਂ ਜੇ ਦਿਖਾਵਾਂ ਅਜੇ ਸ਼ੁਰੂ ਹੋਇਆ ਔਰ ਇਹ 5-7 ਦਿਨਾਂ ਦਾ ਪੇਠਾ ਹੈ ਔਰ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਹਫ਼ਤੇ 10 ਦਿਨਾਂ ਦੇ ਵਿੱਚ ਇਹ ਬਹੁਤ ਵੱਡਾ ਪੇਠਾ ਜਿਹੜਾ ਹੈਗਾ ਹੋ ਜਾਏਗਾ ਔਰ ਤੁਸੀਂ ਇਹਨੂੰ ਖਾ ਸਕਦੇ ਹੋ, ਦੀ ਸਬਜ਼ੀ ਬਣਾ ਸਕਦੇ ਹੋ। ਕੁਦਰਤੀ ਤਰੀਕੇ ਨਾਲ ਉਗਾਇਆ ਗਿਆ ਪੇਠਾ, ਕੋਈ ਇਹਨਾਂ 'ਚ ਟੀਕਾ ਨਹੀਂ ਲਾਏ, ਕੋਈ ਇਹਨਾਂ 'ਚ ਦਵਾਈ ਨਹੀਂ ਪਾਈ, ਦੂਸਰੀ ਕੈਮੀਕਲ ਨਹੀਂ ਪਾਇਆ ਔਰ ਬਿਲਕੁਲ ਨੈਚੁਰਲ ਤਰੀਕੇ ਦੇ ਨਾਲ ਬੇਲ ਜਿਹੜੀ ਹੈਗੀ ਆ ਉਗ ਰਹੀ ਹੈ। ਔਰ ਅਸੀਂ ਕਦੇ ਇਹ ਵੀ ਨਹੀਂ ਲਾਲਚ ਕਰਦੇ ਵੀ ਇਹਦੇ 'ਚ ਬਹੁਤ ਜ਼ਿਆਦਾ ਫਲ ਲੱਗਣ ਔਰ ਉਹਦੇ ਲਈ ਅਸੀਂ ਦਵਾਈਆਂ ਛਿੜਕਾਅ ਕਰ ਦਈਏ, ਇੱਦਾਂ ਦੀ ਕੋਈ ਨਹੀਂ ਹੈ। ਜਿੰਨੇ ਚਾਹੇ ਘੱਟ ਲੱਗਦੇ ਆ ਚਾਹੇ ਵੱਧ ਲੱਗਦੇ ਆ ਪਰ ਇਹ ਨੈਚੁਰਲ ਤਰੀਕੇ ਦੇ ਨਾਲ ਲੱਗਣੇ ਚਾਹੀਦੇ ਨੇ। ਉਹ ਅਸੀਂ ਉੱਦਾਂ ਹੀ ਸਾਰੀਆਂ ਚੀਜ਼ਾਂ ਉਗਾਈਆਂ ਹੋਈਆਂ ਨੇ ਜੀ। ਅੱਗੇ ਸਤੀਸ਼ ਜੀ ਫੇਰ ਆਪਾਂ ਦੇਖਦੇ ਹਾਂ ਅਗਲਾ ਬੂਟਾ ਤੁਸੀਂ ਦੇਖੋਗੇ ਫੇਰ ਅਮਰਪਾਲੀ ਦਾ ਇੱਕ ਹੋਰ ਹੈ ਜੀ। ਇਹਦੇ ਤੇ ਕੁਝ ਜ਼ਿਆਦਾ ਹੀ ਅੰਬ ਲੱਗੇ ਹੋਏ ਆ, ਬਹੁਤ ਅੰਬਾਂ ਦਾ ਭਰਿਆ ਪਿਆ ਔਰ ਕੁਝ ਅੰਬ ਅਸੀਂ ਤੋੜ ਵੀ ਲਏ ਨੇ ਤੇ ਅਜੇ ਕੁਝ ਛੋਟੇ ਨੇ ਕਿਉਂਕਿ ਅੱਗੇ ਮੀਂਹ ਆ, ਜਿਵੇਂ ਮੈਂ ਕਿਹਾ ਕਿ ਜਿਉਂ-ਜਿਉਂ ਮੀਂਹ ਪੈਣਗੇ ਤਾਂ ਇਹਨਾਂ ਦੇ ਵਿੱਚ ਜਿਹੜੀ ਰਸ ਹੈ ਜਾਂ ਮਿਠਾਸ ਹੈ ਇਹਨਾਂ ਦੀ ਇਹ ਹੋਰ ਵੱਧਦੀ ਜਾਏਗੀ। ਸੋ ਅਸੀਂ ਮੀਂਹ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਇਸ ਵਾਰੀ ਥੋੜੀ ਜੀ ਮਾਨਸੂਨ ਜਿਹੜੀ ਹੈਗੀ ਉਹ ਲੇਟ ਹੈ ਔਰ ਲੇਟ ਹੋਣ ਕਰਕੇ ਅੰਬ ਵੀ ਥੋੜੇ ਜਿਹੇ ਲੇਟ ਪੱਕ ਰਹੇ ਨੇ, ਖਾਸ ਤੌਰ ਤੇ ਅਮਰਪਾਲੀ ਦੇ। ਦੂਜੇ ਤਾਂ ਪਹਿਲਾਂ ਪੱਕ ਚੁੱਕੇ ਸੀਗੇ ਪਰ ਅਮਰਪਾਲੀ ਦਾ ਜਿਹੜਾ ਅੰਬ ਹੈ ਇਹ ਥੋੜਾ ਜਿਹਾ ਲੇਟ ਇਸ ਲਈ ਹੋ ਗਿਆ ਕਿਉਂਕਿ ਇਸ ਵਾਰੀ ਮੀਂਹ ਥੋੜਾ ਲੇਟ ਪੈ ਰਹੇ ਨੇ। ਸੋ ਜਿਉਂ ਹੀ ਮੀਂਹ ਪੈਂਦਾ ਹੈ ਅਗਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਰਸ ਨਾਲ ਭਰ ਜਾਣੇ ਆ ਔਰ ਤੁਸੀਂ ਦੇਖੋਗੇ ਕਿ ਇਹ ਅੰਬ ਜਿਹੜਾ ਹੈਗਾ ਹਰ ਵਾਰੀ, ਇਹ ਇਕੱਲਾ ਇਸ ਵਾਰੀ ਨਹੀਂ ਹੈ, ਮੈਨੂੰ ਲੱਗਦਾ ਕਿ ਪਿਛਲੇ 3-4 ਸਾਲਾਂ ਤੋਂ ਲਗਾਤਾਰ ਇਹ ਅੰਬ ਜਿਹੜਾ ਹੈਗਾ ਸਾਨੂੰ ਫਲ ਦੇ ਰਿਹਾ ਔਰ ਮਿੱਠੇ ਫਲ ਜਿਹੜਾ ਹੈਗਾ ਦੇ ਰਿਹਾ ਜੀ। ਇਸੇ ਤਰ੍ਹਾਂ ਫਿਰ ਇੱਕ ਅਮਰੂਦ ਦਾ ਹੈ ਦਰਖਤ ਹੈ। ਬਾਕੀ ਚੀਜ਼ਾਂ ਨੇ ਅਸੀਂ ਫੁੱਲਾਂ ਦੇ, ਜਿਵੇਂ ਮੈਂ ਕਿਹਾ ਕਿ ਫੁੱਲਾਂ ਦਾ ਸ਼ੌਕ ਹੈ
ਔਰ ਇਹ ਸਦਾ ਬਹਾਰ ਹੈ। ਇਹਦੇ ਨਾਲ ਹੀ ਗੁਲਾਬ ਦੇ ਫੁੱਲ ਨੇ, ਇਹਦੇ ਨਾਲ ਹੀ ਕੁਛ ਜਿਹੜਾ ਹੈਗਾ ਹੋਰ ਸਜਾਵਟੀ ਜਿਹੜੇ ਨੇ ਉਹ ਵੀ ਨਾਲ, ਉਹਦਾ ਵੀ ਬਹੁਤ ਧਿਆਨ ਰੱਖੀਦਾ ਕਿ ਜਿਹੜੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਸਜਾਵਟੀ ਫੁੱਲ ਹੁੰਦੇ ਨੇ, ਸਜਾਵਟ ਦੇ ਤੌਰ ਤੇ ਤੁਸੀਂ ਵਰਤਦੇ ਹੋ, ਉਹ ਵੀ ਇੱਥੇ ਜਿਹੜੇ ਹੈਗਾ ਉਹਨਾਂ ਦਾ ਉਹ ਲਗਾਇਆ ਗਿਆ ਉਹਨਾਂ ਨੂੰ, ਔਰ ਉਹਨਾਂ ਦੀ ਆਪਣੀ ਖੂਬਸੂਰਤੀ ਹੈ। ਸੋ ਕੱਲਾ ਮੇਰਾ ਕਹਿਣ ਦਾ ਮਤਲਬ ਹੈ ਕਿ ਕੱਲਾ ਇਹ ਨਹੀਂ ਕਿ ਆਪਾਂ ਜਦੋਂ ਵੀ ਕੋਈ ਜਿੱਥੇ ਰਹਿਣਾ ਕਿ ਅਸੀਂ ਕੋਈ ਫਲਾਂ ਨੂੰ ਜਾਂ ਸਬਜ਼ੀਆਂ ਨੂੰ ਹੀ ਲੈਣਾ ਹੈ, ਨਾਲ ਨਾਲ ਤੁਹਾਨੂੰ ਜਿਹੜੀ ਆਪਣੀ ਕੁਦਰਤ ਦੇ ਨਾਲ ਹਰ ਤਰ੍ਹਾਂ ਦਾ ਬੂਟਾ ਹੀ ਕੁਦਰਤ ਦਾ ਜਿਹੜਾ ਹੈਗਾ ਆਪਣਾ ਉਹ ਇੱਕ ਕ੍ਰਿਸ਼ਮਾ ਹੈ ਜੀ। ਸੋ ਇਸ ਕਰਕੇ ਤੁਸੀਂ ਹਰ ਬੂਟੇ ਨੂੰ ਪਿਆਰ ਕਰੋ, ਹਰ ਤਰ੍ਹਾਂ ਦੇ ਬੂਟੇ ਨੂੰ ਤੁਸੀਂ ਲਗਾਉਣ ਦੀ ਕੋਸ਼ਿਸ਼ ਕਰੋ। ਇੱਕ ਡਾਕਟਰ ਸਾਹਿਬ ਪਿਛਲੇ ਸਾਈਡ ਜਦੋਂ ਆਪਾਂ ਲੰਘ ਰਹੇ ਸੀਗੇ ਕੁਝ ਦਰਖਤਾਂ ਦੇ ਕੋਲ, ਉੱਥੇ ਕੁਝ ਮੁਰਗੇ ਵੀ ਦਿਖਾਈ ਦਿੱਤੇ ਸੀ, ਉਹ ਕਿਹੜੀ ਪ੍ਰਜਾਤੀ ਹੈ ਹਨਾ, ਉਹਨਾਂ ਬਾਰੇ ਵੀ ਜ਼ਰੂਰ ਆਪਾਂ ਉਦੋਂ ਗੱਲ ਕਰਾਂਗੇ। ਉਹਦੇ ਵਿੱਚ ਮੈਂ ਜਦੋਂ ਮੁਰਗਿਆਂ ਨੂੰ ਬੁਲਾਵਾਂਗਾ, ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਪੰਛੀ ਨੂੰ, ਮੁਰਗਿਆਂ ਨੂੰ, ਬੱਤਕਾਂ ਨੂੰ ਜਦੋਂ ਤੁਸੀਂ ਪਿਆਰ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਬਹੁਤ ਪਿਆਰ ਦਿੰਦੇ ਆ, ਪਿਆਰ ਕਰਦੇ ਆ। ਸੋ ਇਸ ਕਰਕੇ ਜਿਵੇਂ ਇਹ ਵੀ ਕੁਦਰਤ ਦੇ ਜੀਵ ਨੇ, ਜਿਵੇਂ ਅਸੀਂ ਇੱਕ ਮਨੁੱਖ ਹਾਂ, ਇਹ ਵੀ ਜਾਤੀ ਹੈ, ਸਾਡੀ ਮਨੁੱਖੀ ਜਾਤੀ ਹੈ, ਉਸੇ ਤਰ੍ਹਾਂ ਮੁਰਗਿਆਂ ਦੀ ਇੱਕ ਆਪਣੀ ਜਾਤੀ ਹੈ। ਇਹਦੇ ਵਿੱਚ ਅਸੀਂ ਜਿਹੜੇ ਨੇ ਦੇਸੀ ਮੁਰਗੇ ਨੇ ਇਹ, ਔਰ ਦੇਸੀ ਆਂਡੇ ਅਸੀਂ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਖਾਂਦੇ ਹਾਂ। ਕਦੇ ਵੀ ਜਿਹੜਾ ਹੈਗਾ ਦੂਜਾ ਫਾਰਮੀ ਆਂਡਾ ਜਿਹੜਾ ਹੈਗਾ ਉਹ ਉਸ ਵੱਲ ਅਸੀਂ ਕਦੇ ਵੀ ਨਹੀਂ ਗਏ, ਔਰ ਬਿਲਕੁਲ ਦੇਸੀ ਇਹਨਾਂ ਨੂੰ ਖੁਰਾਕ ਵੀ ਦੇਸੀ ਖਵਾਈ ਦੀ ਹੈ, ਇੱਥੋਂ ਚੁਗਦੇ ਆ ਇਹ ਅੰਦਰੋਂ ਹੀ ਘਾਹ ਵਗੈਰਾ ਜਾਂ ਹੋਰ ਬਾਕੀ ਚੀਜ਼ਾਂ, ਸੋ ਉੱਥੋਂ ਹੀ ਖਾ ਕੇ ਜਿਹੜਾ ਹੈਗਾ ਸਾਨੂੰ ਡੇਲੀ ਆਂਡੇ ਦਿੰਦੇ ਨੇ। ਸੋ ਉਹੀ ਆਂਡੇ ਜਿਹੜੇ ਹੈਗੇ ਸਬਜ਼ੀ ਦੇ ਰਾਹੀਂ ਜਾਂ ਉਬਾਲ ਕੇ ਜਾਂ ਭੁਰਜੀ ਦੇ ਰਾਹੀਂ, ਵੱਖ-ਵੱਖ ਤਰੀਕੇ ਨੇ, ਉਹਨੂੰ ਤੁਸੀਂ ਖਾ ਸਕਦੇ ਹੋ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਜ਼ਰੂਰ ਇਹ ਨੇਚਰ ਨਾਲ ਜਿੰਨੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਬਚੋ, ਕੋਸ਼ਿਸ਼ ਇਹ ਕਰੋ ਕਿ ਜਿਹੜੀਆਂ ਬਾਜ਼ਾਰੀ ਚੀਜ਼ਾਂ ਨੇ, ਜਿਹੜੀਆਂ ਬਾਜ਼ਾਰ ਸਾਨੂੰ ਥੋਪ ਰਿਹਾ ਸਾਡੇ ਦੇ ਉੱਤੇ, ਸਾਨੂੰ ਜ਼ਹਿਰਾਂ ਸਾਨੂੰ ਖਵਾ ਰਿਹਾ, ਉਹਦੇ ਤੋਂ ਬਚਿਆ ਜਾਏ, ਬਾਜ਼ਾਰ ਤੋਂ ਬਚਿਆ ਜਾਏ, ਔਰ ਬਾਜ਼ਾਰੀ ਖਾਸ ਤੌਰ ਤੇ ਜਿਹੜੀਆਂ ਬਾਜ਼ਾਰ ਦੀਆਂ ਉਹ ਚੀਜ਼ਾਂ ਨਾ ਖਾਧੀਆਂ ਜਾਣ ਜਿਨ੍ਹਾਂ 'ਚ ਸਾਨੂੰ ਪਤਾ ਹੈ ਕਿ ਜ਼ਹਿਰ ਮਿਲੀ ਹੋਈ ਹੈ, ਔਰ ਚਾਹੇ ਉਹ ਅੰਡੇ ਨੇ, ਚਾਹੇ ਉਹ ਸਬਜ਼ੀਆਂ ਨੇ, ਚਾਹੇ ਫਲ ਨੇ, ਚਾਹੇ ਕੁਝ ਹੋਰ ਹੈ। ਯਾਨੀ ਕਿ ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਕੁਦਰਤ ਦੇ ਨਾਲ ਰਹੀਏ, ਕੁਦਰਤ ਨੂੰ ਸਮਝੀਏ ਔਰ ਕੁਦਰਤ ਨਾਲ ਜੀਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਕੁਦਰਤ ਤੋਂ ਟੁੱਟ ਜਾਵਾਂਗੇ, ਇਸੇ ਤਰ੍ਹਾਂ ਗੁਰਬਾਣੀ ਦੀ ਮੈਨੂੰ ਫੇਰ ਇੱਕ ਲਾਈਨ ਯਾਦ ਆਉਂਦੀ ਹੈ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇਹ ਕੁਦਰਤ ਨੇ ਸਾਨੂੰ ਇੱਥੇ ਭੇਜਿਆ ਹੈ ਇਸ ਧਰਤੀ ਦੇ ਉੱਤੇ, ਕੁਦਰਤ ਨੇ ਸਾਨੂੰ ਪੈਦਾ ਕੀਤਾ। ਸੋ ਇਹ ਸਿਸਟਮ ਨੇ ਸਾਨੂੰ ਕੁਦਰਤ ਤੋਂ ਤੋੜਿਆ ਔਰ ਉਹਦਾ ਨਤੀਜਾ ਅਸੀਂ ਭੁਗਤ ਰਹੇ ਹਾਂ ਕਿ ਅੱਜ ਅਸੀਂ ਹਰ ਪੱਖ ਤੋਂ ਜਿਹੜਾ ਹੈਗਾ ਅਸੀਂ ਮਤਲਬ ਕੰਗਾਲ ਹੋਏ ਹਾਂ, ਥੱਲੇ ਨੂੰ ਗਏ ਹਾਂ। ਮਨੁੱਖੀ ਜ਼ਿੰਦਗੀ ਜਿਹੜੀ ਹੈਗੀ ਹੈ ਬਹੁਤ ਮੈਨੂੰ ਲੱਗਦਾ ਕਿ ਬੇਸ਼ਕੀਮਤੀ, ਜੇ ਆਪਾਂ ਬਾਕੀ ਜੀਵਾਂ ਦੇ ਨਾਲ ਉਹਦੀ ਤੁਲਨਾ ਕਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਜਿਹੜੀ ਕੀਮਤੀ ਔਰ ਵਧੀਆ ਜੂਨ ਮੰਨੀ ਜਾਂਦੀ ਹੈ ਉਹ ਮਨੁੱਖੀ ਜ਼ਿੰਦਗੀ ਮੰਨੀ ਜਾਂਦੀ ਹੈ, ਮਨੁੱਖੀ ਜੂਨ ਮੰਨੀ ਜਾਂਦੀ ਹੈ। ਸੋ ਇਸ ਕਰਕੇ ਮਨੁੱਖੀ ਜੂਨ ਨੂੰ ਜੇ ਬਚਾਉਣਾ ਹੈ ਤਾਂ ਤੁਹਾਨੂੰ ਕੁਦਰਤ ਨਾਲ ਰਹਿਣਾ ਪਏਗਾ, ਔਰ ਜਿਵੇਂ ਸਾਡੀਆਂ ਸਦੀਆਂ ਤੋਂ ਔਰ ਅਨੇਕਾਂ ਸਾਲਾਂ ਤੋਂ ਅਸੀਂ ਕੁਦਰਤ ਦੇ ਨੇੜੇ ਰਹਿ ਕੇ ਇੰਨੀਆਂ ਚੀਜ਼ਾਂ ਪ੍ਰਾਪਤ ਕੀਤੀਆਂ ਨੇ। ਕੁਦਰਤ ਨੇ ਸਾਨੂੰ ਦਿੱਤਾ ਸਭ ਕੁਝ, ਜੇ ਅਸੀਂ ਉਹਨੂੰ ਤਬਾਹ ਕਰ ਦਾਂਗੇ, ਉਹਨੂੰ ਅਸੀਂ ਰੋਲ ਦਾਂਗੇ ਤਾਂ ਪਾਣੀ, ਹਵਾ ਜਿਹੜੀ ਸਾਡੀ ਹੈ ਪੋਲਿਊਟਡ ਹੋ ਚੁੱਕੀ ਹੈ, ਪਾਣੀ ਸਾਡਾ ਨੀਚੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਉਹ ਸਾਡਾ ਤਬਾਹ ਹੋ ਚੁੱਕਿਆ ਹੈ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਵਾਤਾਵਰਣ ਦੇ ਵਿੱਚ ਜਿਹੜੇ ਖਲਾਅ ਪੈਦਾ ਹੋ ਗਏ ਨੇ, ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀਗਾ ਕਿ ਸਾਡਾ ਪਾਣੀ ਇਸ ਵੇਲੇ ਇੰਨਾ ਜ਼ਹਿਰੀਲਾ ਹੋ ਗਿਆ ਕਿ ਉਹ ਜਿਹੜਾ ਮਾਡਲ ਜਿਹੜਾ ਤੁਸੀਂ ਦੱਸਿਆ ਸੀਗਾ ਕਿ ਉਹ ਥੱਲੇ ਜਿਹੜਾ ਪਾਣੀ ਉਹ ਲਾਲ ਪਾਣੀ ਇਸ ਵੇਲੇ ਆ ਰਿਹਾ ਖੇਤਾਂ ਦੇ ਵਿੱਚ। ਸੋ ਉਸ ਚੀਜ਼ ਤੋਂ ਬਚਣ ਦੇ ਲਈ ਸਾਨੂੰ ਕੁਦਰਤੀ ਤਰੀਕੇ ਨਾਲ ਜਿਉਣਾ ਵੀ ਪਏਗਾ ਔਰ ਕੁਦਰਤੀ ਤਰੀਕੇ ਦੇ ਨਾਲ ਰਹਿਣਾ ਪਏਗਾ ਔਰ ਕੁਦਰਤੀ ਨੂੰ ਸੰਭਾਲਣਾ ਪਏਗਾ। ਇਹ ਸਾਡੀ ਜ਼ਿੰਮੇਵਾਰੀ ਹੈ, ਇਹ ਕੋਈ ਹੋਰ ਨਹੀਂ, ਬਾਹਰੋਂ ਬਾਕੀ ਸਪੀਸ਼ੀਜ਼ ਨਹੀਂ ਕਰ ਸਕਦੀਆਂ। ਜੇ ਆਪਾਂ ਕਹੀਏ ਕਿ ਕਾਂ, ਚਿੜੀਆਂ ਇਸ ਨੂੰ ਬਚਾ ਲੈਣਗੀਆਂ, ਉਹ ਨਹੀਂ ਬਚਾਉਣਗੀਆਂ, ਮਨੁੱਖ ਹੀ ਬਚਾ ਸਕਦਾ ਹੈ। ਔਰ ਮਨੁੱਖ ਦੀ ਇਸ ਵੇਲੇ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੁਦਰਤ ਨੂੰ ਬਚਾਈਏ ਔਰ ਕੁਦਰਤ ਦੇ ਨਾਲ ਰਹਿਣਾ, ਕਿਉਂਕਿ ਕੁਦਰਤ ਨੇ ਸਾਨੂੰ ਭੇਜਿਆ, ਕੁਦਰਤ ਦੇ ਵਿੱਚ ਹੀ ਅਸੀਂ ਮਿਲ ਜਾਣਾ। ਜਿਵੇਂ ਆਖਦੇ ਨੇ ਪੰਜ ਤੱਤ ਦਾ ਪੁਤਲਾ ਹੈ ਸਾਡਾ ਸਰੀਰ, ਪੰਜ ਤੱਤ ਦਾ ਮਤਲਬ ਕੁਦਰਤ ਦੇ ਜਿਹੜੇ ਪੰਜ ਤੱਤ ਨੇ, ਹਵਾ, ਪਾਣੀ, ਆਕਾਸ਼, ਠੀਕ ਹੈ ਨਾ, ਉਹਦੇ ਵਿੱਚ ਹੀ ਅਖੀਰ ਨੂੰ ਮਿਲਣਾ। ਸੋ ਇਸ ਕਰਕੇ ਕਿਉਂ ਨਾ ਪਹਿਲਾਂ ਹੀ ਅਸੀਂ ਕੁਦਰਤ ਦੇ ਨਾਲ ਰਹੀਏ। ਜੇ ਪਹਿਲਾਂ ਹੀ ਅਸੀਂ ਕੁਦਰਤ ਨੂੰ ਦੇ ਨਾਲ ਉੱਦਾਂ ਸਾਰੀਆਂ ਚੀਜ਼ਾਂ ਨੂੰ ਐਡਜਸਟ ਕਰ ਲਾਂਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਡੀਆਂ ਬਹੁਤ ਦੂਰ ਹੋ ਸਕਦੀਆਂ ਨੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਤੇ ਆਪਣਾ ਜਿਹੜਾ ਫਾਰਮ ਹਾਊਸ ਹੈ ਉਹਦੇ ਦਰਸ਼ਨ ਕਰਾਏ, ਸਾਡੇ ਦਰਸ਼ਕਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਜ਼ਰੂਰੀ ਪਹੁੰਚਾਈ, ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੁਖਵਿੰਦਰ ਜੀ ਤੁਹਾਡਾ
ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਇੱਕ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਇੱਕ ਮੁਕੱਦਸ ਕਾਰਜ ਕਰ ਰਹੇ ਹੋ ਔਰ ਇਹਦੇ ਵਿੱਚ ਇਕੱਲਾ ਹੀ ਨਹੀਂ ਹੁੰਦਾ ਕਿ ਅਸੀਂ ਇਨਫੋਰਮੇਸ਼ਨ ਹੀ ਦੇਣੀ ਹੈ, ਇਹਦੇ ਵਿੱਚ ਅਸੀਂ ਲੋਕਾਂ ਨੂੰ ਜਿਉਣ ਦੇ ਢੰਗ ਵੀ ਜਿਹੜੇ ਨੇ ਤੁਸੀਂ ਦੱਸ ਰਹੇ ਹੋ ਕਿ ਕਿਵੇਂ ਜੀਣਾ ਚਾਹੀਦਾ ਹੈ, ਕਿਵੇਂ ਇੱਕ ਚੰਗਾ ਇਨਸਾਨ ਬਣ ਕੇ ਜੀਵਿਆ ਜਾ ਸਕਦਾ ਹੈ, ਕੁਦਰਤ ਨਾਲ ਰਹਿ ਕੇ ਜੀਵਿਆ ਜਾ ਸਕਦਾ ਹੈ। ਇਹਦੇ ਲਈ ਤੁਸੀਂ ਵੱਖਰੇ ਐਫਰਟਸ ਕਰ ਰਹੇ ਹੋ, ਕੋਸ਼ਿਸ਼ਾਂ ਕਰ ਰਹੇ ਹੋ, ਇਹਦੇ ਲਈ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਤੁਹਾਡਾ ਜੀ ਆਇਆਂ ਨੂੰ ਇੱਕ ਵਾਰੀ ਫੇਰ ਕਿ ਤੁਸੀਂ ਇਸ ਫਾਰਮ 'ਚ ਆਏ ਔਰ ਆਪਣੇ ਮੈਨੂੰ ਵਿਚਾਰ ਰੱਖਣ ਦਾ ਮੌਕਾ ਦਿੱਤਾ। ਬਹੁਤ-ਬਹੁਤ ਸ਼ੁਕਰੀਆ। ਇਹ ਸਨ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਦੇ ਹੈੱਡ, ਜਿਨ੍ਹਾਂ ਦੇ ਫਾਰਮ ਹਾਊਸ ਦੇ ਵਿੱਚ ਅੱਜ ਅਸੀਂ ਪਹੁੰਚੇ ਸੀ, ਜਿਨ੍ਹਾਂ ਨੇ ਬਿਹਤਰੀਨ ਜਿਹੜੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਤੱਕ ਪਹੁੰਚਾਈ। ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਅਜਿਹੀ ਵਾਤਾਵਰਨ ਪ੍ਰੇਮੀ ਹੈ ਜਾਂ ਕੋਈ ਵੀ ਪੋਜ਼ਿਟਿਵ ਚੀਜ਼ ਹੈ ਤਾਂ ਤੁਸੀਂ ਸਾਨੂੰ ਉਸ ਦੀ ਜਾਣਕਾਰੀ ਹੈ ਉਹ ਕਮੈਂਟ ਕਰਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰਨਾਂ ਲੋਕਾਂ ਤੱਕ ਜਿਹੜੀ ਉਹ ਪੋਜ਼ਿਟਿਵਿਟੀ ਹੈ ਉਸ ਨੂੰ ਜ਼ਰੂਰ ਪਹੁੰਚਾਇਆ ਜਾਵੇ। ਹਮੇਸ਼ਾ ਸ਼ਿਕਵਾ ਰਹਿੰਦਾ ਕਿ ਮੀਡੀਆ ਜਿਹੜੀ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਹੀਂ ਨਿਭਾਉਂਦਾ। ਉਸ ਦੇ ਮੱਦੇਨਜ਼ਰ ਹੀ ਇਸ ਚੈਨਲ ਨੂੰ ਅਸੀਂ ਲਾਂਚ ਕੀਤਾ ਤੇ ਵੱਖੋ ਵੱਖਰੇ ਤਰੀਕੇ ਨਾਲ ਜੋ ਵੀ ਸਮਾਜ ਦੇ ਵਿੱਚ ਪੋਜ਼ਿਟਿਵ ਵਾਪਰ ਰਿਹਾ ਉਸ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਦੀ ਅਸੀਂ ਲਗਾਤਾਰ ਕੋਸ਼ਿਸ਼ ਕਰਾਂਗੇ। ਅੱਜ ਦੀ ਇਸ ਅਪਡੇਟ ਦੇ ਵਿੱਚ ਇੰਨੀ। ਮੈਨੂੰ ਦਿਓ ਇਜਾਜ਼ਤ। ਅਗਲੀ ਵਾਰ ਕਿਸੇ ਹੋਰ ਥਾਂ ਤੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਦਿਓ ਇਜਾਜ਼ਤ। ਰੱਬ ਰਾਖਾ।